तेरे कवन कवन गुण कह कह गावा, तू साहिब गुनी निधाना। तुमरी महिमा बरन न साको, तू ठाकुर ऊच भगवाना। दीन दर्द दुख भंजना, कट कट नाथ अनाथ। शरण तुम्हारी आयो, नानक के साथ। जजन भजन मम खालसा, खालसा पूजबे जोग। दास गोबिंद फतेह खालसा, दरस परस मिटै सोग। सुकाओ टल गुर सेविया, अहनस सहज सुभाए। दर्शन परसै गुरु कह, जन्म मरण दुख जाए। दोहरा दया सिंह को धीर दे तंबू विखै बिठाए। कलगी धर निकसे बहर, रिस जोत बदन दिखाए। वाहिगुरु जी का खालसा, वाहिगुरु जी की फतेह। ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇਤਿਹਾਸ, ਜੋ ਜੀਵਨ ਹੈ ਮਹਾਰਾਜ ਜੀਆਂ ਦਾ, ਜਿਹੜੇ ਕੌਤਕ ਉਹਨਾਂ ਨੇ ਵਰਤਾਏ, ਉਸ ਜੀਵਨ ਇਤਿਹਾਸ ਨੂੰ ਲੜੀਵਾਰ ਕਥਾ ਦੇ ਅੰਦਰ ਸਰਵਣ ਕਰਨ ਵਾਸਤੇ ਆਪ ਗੁਰੂ ਦਰਬਾਰ ਵਿੱਚ ਬੈਠੇ ਹੋ। ਪਿਛਲੇ ਦੀਵਾਨ ਦੇ ਵਿੱਚ ਬਚਨ ਸਰਵਣ ਕੀਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਹੁਤ ਵੱਡਾ ਇਕੱਠ ਬੁਲਾਇਆ, ਜਿੱਥੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ। ਉਸ ਜਗ੍ਹਾ ਦੇ ਉੱਪਰ ਮਹਾਰਾਜ ਨੇ ਸੋਹਣਾ ਤੰਬੂ ਲਗਵਾਇਆ। ਸੰਗਤ ਨੂੰ ਆ ਕੇ ਹੁਕਮ ਕੀਤਾ ਮਹਾਰਾਜ ਨੇ ਸਿੱਖਾਂ ਨੂੰ, ਸਾਨੂੰ ਇੱਕ ਸੀਸ ਦੀ ਲੋੜ ਹੈ। ਇੰਨੇ ਸਾਰੇ ਪ੍ਰੇਮੀਆਂ ਦੇ ਵਿੱਚੋਂ ਕੋਈ ਇਹੋ ਜਿਹਾ ਪ੍ਰੇਮੀ ਹੈ ਜਿਹੜਾ ਸਾਨੂੰ ਇੱਕ ਸੀਸ ਦੇ ਕੇ ਸਾਡਾ ਕਾਰਜ ਪੂਰਾ ਕਰੇ। ਪਹਿਲੀ ਵਾਰੀ ਬਚਨ ਹੋਇਆ, ਦੂਸਰੀ ਵਾਰੀ ਬਚਨ ਕੀਤਾ, ਫਿਰ ਤੀਸਰੀ ਵਾਰੀ ਜਦੋਂ ਬਚਨ ਆਖਿਆ ਮਹਾਰਾਜ ਨੇ, ਸੀਸ ਦੀ ਮੰਗ ਕੀਤੀ ਹੈ। ਅਤੇ ਉਸ ਵੇਲੇ ਭਾਈ ਦਇਆ ਰਾਮ ਖੱਤਰੀ ਲਾਹੌਰ ਦੇ ਰਹਿਣ ਵਾਲੇ, ਇਹਨਾਂ ਨੇ ਉੱਠ ਕੇ ਬੇਨਤੀ ਕੀਤੀ, ਮਹਾਰਾਜ ਮੈਂ ਸੀਸ ਦੇਣ ਵਾਸਤੇ ਤਿਆਰ ਹਾਂ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੰਬੂ ਦੇ ਅੰਦਰ ਲੈ ਗਏ। ਤਲਵਾਰ ਦਾ ਵਾਰ ਹੋਇਆ, ਸੀਸ ਧੜ ਦੇ ਨਾਲੋਂ ਜੁਦਾ ਹੋਇਆ। ਇਸ ਤਰ੍ਹਾਂ ਭਾਈ ਦਇਆ ਰਾਮ ਦਾ ਸੀਸ ਮਹਾਰਾਜ ਨੇ ਪ੍ਰਵਾਨ ਕੀਤਾ ਹੈ। ਇਹ ਇਤਿਹਾਸ ਆਪਾਂ ਪਿੱਛੇ ਸਰਵਣ ਕਰ ਆਏ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰ ਰਿਹਾ ਉਹ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਇਆ ਸਿੰਘ ਕੋ ਧੀਰ ਦੇ ਤੰਬੂ ਵਿਖੇ ਬਿਠਾਏ। ਸਤਿਗੁਰੂ ਪਾਤਸ਼ਾਹ ਦਇਆ ਦੇ ਸਮੁੰਦਰ, ਸ਼ਾਂਤੀ ਦੇ ਸੋਮੇ ਸਮਰੱਥ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਤਰ੍ਹਾਂ ਭਾਈ ਦਇਆ ਰਾਮ, ਸੋ ਭਾਈ ਦਇਆ ਰਾਮ ਜੀ ਦਾ ਪਹਿਲਾ ਨਾਮ ਦਇਆ ਰਾਮ ਹੀ ਹੈ। ਅੰਮ੍ਰਿਤ ਛਕਣ ਤੋਂ ਬਾਅਦ ਵਿੱਚ ਦਇਆ ਸਿੰਘ ਬਣੇ। ਇਸ ਕਰਕੇ ਅਜੇ ਅੰਮ੍ਰਿਤ ਨਹੀਂ ਛਕਿਆ, ਅਜੇ ਉਹ ਇਤਿਹਾਸ ਅੱਗੇ ਜਾ ਕੇ ਆਪਾਂ ਸਰਵਣ ਕਰਨਾ। ਅੰਮ੍ਰਿਤ ਛਕਣ ਤੋਂ ਪਹਿਲਾ ਨਾਮ ਦਇਆ ਰਾਮ ਹੀ ਹੈ। ਕਹਿਣ ਲੱਗੇ ਵੀ ਦਇਆ ਰਾਮ ਦਾ ਇਸ ਤਰ੍ਹਾਂ ਸੀਸ ਮਹਾਰਾਜ ਨੇ ਪ੍ਰਵਾਨ ਕੀਤਾ ਹੈ। ਕਲਗੀ ਧਰ ਨਿਕਸੇ ਵਹਿਰ, ਰਿਸ ਜੁਤ ਵਤਨ ਬਦਨ ਦਿਖਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੰਬੂ ਵਿੱਚੋਂ ਬਾਹਰ ਨਿਕਲੇ। ਖੂਨ ਜਿਹੜਾ ਤੰਬੂ ਦੇ ਵਿੱਚੋਂ ਬਾਹਰ ਵਹਿੰਦਾ ਹੋਇਆ ਸੰਗਤਾਂ ਵੇਖਦੀਆਂ ਪਈਆਂ। ਦਸਵੇਂ ਪਾਤਸ਼ਾਹ ਮਹਾਰਾਜ ਦੇ ਮੁਖ 'ਤੇ ਬਹੁਤ ਡਾਢਾ ਜਲਾਲ ਹੈ।
ਬੜਾ ਪ੍ਰਕਾਸ਼ ਜਿਵੇਂ ਚੜ੍ਹਦੇ ਸੂਰਜ ਦੀ ਲਾਲੀ ਹੁੰਦੀ ਹੈ, ਐਸਾ ਲਾਲ ਮੁਖ ਹੈ ਅੱਜ 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ। ਸਤਿਗੁਰੂ ਜੀ ਤੰਬੂ ਵਿੱਚੋਂ ਬਾਹਰ ਆਏ, ਚਿਹਰੇ ਦੇ ਉੱਪਰ ਵੀਰ ਰਸ ਜਿਹੜਾ ਉਹ ਦਿਖਾਈ ਦੇ ਰਿਹਾ ਹੈ। ਇਸ ਤਰ੍ਹਾਂ ਮਹਾਰਾਜ ਤੰਬੂ ਵਿੱਚੋਂ ਬਾਹਰ ਨਿਕਲੇ ਹਨ। ਚੌਪਈ ਸ਼ਰੋਣਤ ਭੀਗਿਓ ਪਾਨ ਕਿਰਪਾਨਾ। ਹੱਥ ਵਿੱਚ ਮਹਾਰਾਜ ਨੇ ਜਿਹੜੀ ਤਲਵਾਰ ਫੜੀ ਹੈ, ਭਾਈ ਦਇਆ ਰਾਮ ਦਾ ਸੀਸ ਲੈਣ ਕਰਕੇ ਉਸ ਤਲਵਾਰ ਨੂੰ ਖੂਨ ਲੱਗਾ ਹੋਇਆ, ਖੂਨ ਦੇ ਨਾਲ ਭਿੱਜੀ ਹੋਈ ਤਲਵਾਰ ਲੈ ਕੇ ਬਾਹਰ ਨਿਕਲੇ। ਲਾਲ ਚਿਹਰਾ ਮਹਾਰਾਜ ਦਾ ਚੜ੍ਹਦੇ ਸੂਰਜ ਵਰਗਾ, ਬਹੁਤ ਜ਼ਿਆਦਾ ਜਲਾਲ, ਬੜਾ ਵੀਰ ਦਾ ਸਮੁਖ ਦੇ ਉੱਪਰ ਮਹਾਰਾਜ ਦੇ ਜਿਹੜਾ ਦਿਖਾਈ ਦੇ ਰਿਹਾ। ਨੰਗੀ ਤਲਵਾਰ ਹੱਥ ਵਿੱਚ ਫੜੀ ਹੈ ਤੇ ਤਲਵਾਰ ਨੂੰ ਖੂਨ ਲੱਗਾ ਹੋਇਆ ਹੈ। ਇਸ ਤਰ੍ਹਾਂ ਮਹਾਰਾਜ ਬਾਹਰ ਨਿਕਲੇ ਹਨ। ਨਰ ਨ ਲਖਿਓ ਗੁਰ ਹਤੀ ਕਿਰਪਾਨਾ। ਜਿਹੜੇ ਬਾਹਰ ਬੈਠੇ ਸਨ 1 ਲੱਖ ਤੋਂ ਲਾਗੇ ਬੰਨੇ ਦਾ ਇਕੱਠ ਲਿਖਿਆ ਵਿਦਵਾਨਾਂ ਨੇ। ਜਦੋਂ ਮਹਾਰਾਜ ਨੇ 5 ਸਿੱਖਾਂ ਦੇ ਸੀਸ ਮੰਗੇ, ਇੰਨਾ ਵੱਡਾ ਇਕੱਠ ਉਸ ਵੇਲੇ ਸਿੱਖਾਂ ਦਾ ਹੋਇਆ। ਜਦੋਂ ਮਹਾਰਾਜ ਬਾਹਰ ਨਿਕਲੇ, ਗੁਰਮੁਖੋ ਮਹਾਰਾਜ ਦੇ ਹੱਥਾਂ ਵਿੱਚ ਫੜੀ ਤਲਵਾਰ ਤੇ ਤਲਵਾਰ ਨੂੰ ਲੱਗਾ ਖੂਨ। ਇਹ ਵੇਖ ਕੇ ਜਿੰਨੇ ਬਾਹਰ ਬੈਠੇ ਨੇ ਸਾਰਿਆਂ ਨੂੰ ਇਹ ਪਤਾ ਲੱਗ ਗਿਆ ਵੀ ਮਹਾਰਾਜ ਤਲਵਾਰ ਦੇ ਵਾਰ ਦੇ ਨਾਲ ਸਿੱਖ ਸ਼ਹੀਦ ਕਰ ਦਿੱਤਾ ਹੈ। ਇਹ ਸਭ ਨੂੰ ਜਾਣ ਲਿਆ ਹੈ। ਇਸੇ ਰੀਤ ਪੁਨ ਥਰੇ ਪ੍ਰਿਯੰਕਾ। ਉਸੇ ਤਰ੍ਹਾਂ ਜਿਵੇਂ ਮਹਾਰਾਜ ਪਹਿਲਾਂ ਪਲੰਗ ਤੇ ਬੈਠੇ ਸਨ, ਦੁਬਾਰਾ ਫਿਰ ਤੰਬੂ ਵਿੱਚੋਂ ਬਾਹਰ ਆਏ। ਸੰਗਤ ਦੇ ਸਾਹਮਣੇ ਪਲੰਗ ਲੱਗਾ ਹੋਇਆ ਤੇ ਫਿਰ ਪਲੰਗ ਉੱਪਰ ਆ ਕੇ ਬੈਠ ਗਏ ਹਨ। ਹੀਰਤ ਸਗਰੇ ਭਏ ਸ਼ੰਕਾ। ਤੇ ਸਤਿਗੁਰਾਂ ਨੂੰ ਵੇਖ ਕੇ ਨਾ ਹਰੇਕ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ। ਗੁਰੂ ਤੇ ਜੀਵਨ ਦਾਨ ਦੇਣ ਵਾਲਾ ਹੈ, ਇਹ ਅੱਜ ਗੁਰੂ ਨੂੰ ਕੀ ਬਣਿਆ ਵੀ ਇਹ ਜੀਵਨ ਲੈਂਦਾ ਪਿਆ। ਹੁਣ ਮਹਾਰਾਜ ਨੇ ਕੌਤਕ ਕੀ ਵਰਤਾਉਣਾ ਇਹ ਤੇ ਕੋਈ ਜਾਣਦਾ ਨਹੀਂ, ਪਰ ਅਜੇ ਤੱਕ ਤੇ ਇਹੋ ਹੀ ਲੱਗਦਾ ਪਿਆ ਵੀ ਗੁਰੂ ਤੇ ਜੀਵਨ ਦਾਨ ਦਿੰਦਾ ਹੈ। ਅੱਜ ਗੁਰੂ ਪਾਤਸ਼ਾਹ ਸਿੱਖਾਂ ਨੂੰ ਮੌਤ ਵੰਡਦੇ ਪਏ ਤੇ ਸੀਸ ਲੈਂਦੇ ਪਏ। ਐਸਾ ਕੌਤਕ ਵੇਖ ਕੇ ਕਹਿਣ ਲੱਗੇ, ਸਾਰਿਆਂ ਦੇ ਮਨ ਸ਼ੰਕੇ ਦੇ ਸਮੇਤ ਹੋ ਗਏ ਹਨ। ਧੁਨ ਉੱਚੀ ਪੁਨ ਗੁਰੂ ਉਚਾਰਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਇੱਕ ਸੀਸ ਲੈਣ ਦੇ ਬਾਵਜੂਦ ਚੁੱਪ ਨਹੀਂ ਕੀਤੇ ਵੀ ਬੈਠ ਗਏ। ਦੂਜੀ ਵਾਰੀ ਫਿਰ ਉੱਚੀ ਆਵਾਜ਼ ਦੇ ਵਿੱਚ ਆਖਦੇ ਹਨ, ਔਰ ਦੇ ਸਿਰ ਕੋ ਸਿੱਖ ਪਿਆਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕੋਈ ਹੈ ਹੋਰ ਸਿੱਖ ਜਿਹੜਾ ਸਾਨੂੰ ਇੱਕ ਸੀਸ ਹੋਰ ਦੇਵੇ। ਪਹਿਲਾਂ ਬਚਨ ਇਹ ਆਖਿਆ ਸੀ ਨਾ ਵੀ ਸਾਨੂੰ ਅੱਜ ਕੰਮ ਬੜਾ ਵੱਡਾ ਪੈ ਗਿਆ, ਕੋਈ ਇੰਨੇ ਪਿਆਰਿਆਂ ਵਿੱਚੋਂ ਇੱਕ ਪਿਆਰਾ ਸਾਨੂੰ ਸੀਸ ਦੇਵੇ। ਇੱਕ ਸੀਸ ਤੇ ਮਿਲ ਗਿਆ। ਹੁਣ ਦੂਜੀ ਵਾਰੀ ਫਿਰ ਆ ਕੇ ਬੈਠੇ ਪਲੰਘੇ ਦੇ ਉੱਪਰ, ਫਿਰ ਗੱਜ ਕੇ ਬੜੀ ਜੋਸ਼ੀਲੀ ਆਵਾਜ਼ ਦੇ ਵਿੱਚ, ਬੜੇ ਰੋਹਬ ਦੇ ਵਿੱਚ ਮਹਾਰਾਜ ਜੀ ਆਏ ਹੋਏ ਤੇ ਬੜੇ ਵੀਰ ਰਸ ਦੇ ਨਾਲ ਫਿਰ ਆਖਿਆ, ਕਹਿਣ ਲੱਗੇ, ਕੋਈ ਹੈ ਇਹੋ ਜਿਹਾ ਗੁਰੂ ਕਾ ਸਿੱਖ ਜਿਹੜਾ ਸਾਨੂੰ ਇੱਕ ਸੀਸ ਹੋਰ ਦੇਵੇ। ਇਹ ਦੂਸਰੀ ਵਾਰੀ ਬਚਨ ਆਖਦੇ ਹਨ। ਕਾਰਜ ਪਰਿਵਾਨ ਘਰ ਮੇਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਾਨੂੰ ਕੰਮ ਇੰਨਾ ਵੱਡਾ ਪੈ ਗਿਆ ਹੈ, ਇੱਕ ਸੀਸ ਦੇ ਨਾਲ ਉਹ ਕੰਮ ਪੂਰਾ ਨਹੀਂ ਹੋਣਾ। ਕੰਮ ਇੰਨਾ ਵੱਡਾ ਪੈ ਗਿਆ ਵੀ ਜੇ ਇੱਕ ਸਿੱਖ ਆਪਣਾ ਸੀਸ ਦੇ ਦੇਵੇ, ਬਲੀਦਾਨ ਦੇ ਦੇਵੇ, ਤੇ ਉਹਦੇ ਨਾਲ ਸਾਡਾ ਕਾਰਜ ਫਤਿਹ ਨਹੀਂ ਹੋਣਾ। ਕੰਮ ਵੱਡਾ ਹੈ, ਇਸ ਕਰਕੇ ਸੀਸ ਇੱਕ ਹੋਰ ਚਾਹੀਦਾ ਹੈ। ਸਿਰ ਦੀਨੇ ਬਿਨ ਹੋਏ ਨਾ ਹੇਰਾ। ਤੇ ਮਹਾਰਾਜ ਕਹਿਣ ਲੱਗੇ ਵੀ ਅਸੀਂ ਚੰਗੀ ਤਰ੍ਹਾਂ ਵੇਖ ਲਿਆ, ਜਿੰਨਾ ਚਿਰ ਸੀਸ ਨਹੀਂ ਪ੍ਰਵਾਨ ਹੋਵੇਗਾ ਉਹਨਾਂ ਚਿਰ ਕੰਮ ਹੋਣਾ ਹੀ ਨਹੀਂ। ਕੋਈ ਸੰਗਤ ਵਿੱਚ ਉੱਠ ਕੇ ਇਹ ਨਾ ਕਹਿ ਦੇਵੇ ਵੀ ਮਹਾਰਾਜ ਤੁਸੀਂ ਕੋਈ ਹੋਰ ਰਸਤਾ ਅਪਣਾ ਕੇ ਤੇ ਕੰਮ ਕਰ ਲਵੋ, ਜ਼ਰੂਰੀ ਸੀਸ ਲੈਣਾ। ਜਾਂ ਕੋਈ ਇਹ ਨਾ ਕਹਿ ਦੇਵੇ ਵੀ ਕਿਸੇ ਜਾਨਵਰ ਦੀ ਮਹਾਰਾਜ ਬਲੀ ਦੇ ਦਿਓ ਤੇ ਕੰਮ ਕੱਢ ਲਵੋ। ਇਸ ਤੋਂ ਪਹਿਲਾਂ ਕਿ ਸੰਗਤ ਵਿੱਚੋਂ ਕੋਈ ਬੰਦਾ ਇਹੋ ਜਿਹੀ ਗੱਲ ਕਵੇ, ਸਤਿਗੁਰਾਂ ਨੇ ਆਪ ਹੀ ਕਹਿ ਦਿੱਤਾ। ਕਹਿਣ ਲੱਗੇ, ਭਾਈ ਕੰਮ ਹੀ ਇਹੋ ਜਿਹਾ ਪੈ ਗਿਆ, ਉਹਦੇ ਵਾਸਤੇ ਦੂਜਾ ਕੋਈ ਰਾਹ ਹੈ ਹੀ ਨਹੀਂ ਕਿ ਜਿਸ ਰਾਹ ਦੇ ਨਾਲ ਅਸੀਂ ਉਹ ਕਾਰਜ ਫਤਿਹ ਕਰ ਸਕੀਏ। ਇਸ ਕਰਕੇ ਦੂਜੀ ਵਾਰੀ ਵੀ ਸੀਸ ਹੀ ਦੇਣਾ ਪੈਣਾ ਹੈ, ਤਾਂ ਉਹ ਕਾਰਜ ਮੁਕੰਮਲ ਹੋਣਾ ਹੈ। ਸੁਨ ਬਿਖ ਸਰਬ ਰਹੇ ਬਿਸਮਾਈ। ਜਦੋਂ ਮਹਾਰਾਜ ਨੇ ਗੁਰਮੁਖੋ ਦੂਜੀ ਵਾਰੀ ਸੀਸ ਮੰਗਿਆ, ਸੁਣ ਕੇ ਵੇਖ ਕੇ ਸਾਰੇ ਹੈਰਾਨ ਹੋ ਗਏ। ਆਪਾਂ ਕੱਲ੍ਹ ਵੀ ਇਹ ਬਚਨ ਸਰਵਣ ਕੀਤੇ ਸਨ ਵੀ 9 ਗੁਰੂ ਸਾਹਿਬਾਨਾਂ ਨੇ ਸਾਹਮਣੇ ਕਿਸੇ ਦਾ ਸਿੱਖ ਨਹੀਂ ਮੰਗਿਆ। ਇਹ ਗੱਲ ਵੱਖਰੀ ਹੈ ਕਿ ਸਿੰਘ ਜੰਗ ਵਿੱਚ ਸ਼ਹੀਦ ਹੋਏ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਟਾਈਮ 'ਤੇ, ਪਰ ਸ਼ਾਂਤਮਈ ਤਰੀਕੇ ਦੇ ਨਾਲ ਵੀ ਆਓ ਮੈਨੂੰ ਆ ਕੇ ਸੀਸ ਦੇਵੋ। 9 ਗੁਰੂ ਪਾਤਸ਼ਾਹ ਨੇ ਇਹ ਬਚਨ ਨਹੀਂ ਆਖਿਆ। ਅੱਜ 10ਵੇਂ ਗੁਰੂ ਦੇ ਮੁਖੋਂ ਬਚਨ ਨਿਕਲਿਆ, ਸਾਨੂੰ ਸੀਸ ਦੇਵੋ। ਇਹ ਗੱਲ ਸੁਣ ਕੇ ਔਰ ਸਾਹਮਣੇ ਸਿੱਖ ਦਾ ਸੀਸ ਲੈਂਦਿਆਂ ਵੇਖ ਕੇ
ਸਾਰਿਆਂ ਦੇ ਮਨ ਜਿਹੜੇ ਹਨ ਹੈਰਾਨ ਹੋ ਗਏ ਹਨ। ਬੈਠੇ ਤੂਸ਼ਨ ਗਰੀਬ ਨਿਵਾਈ। ਗੁਰਮੁਖੋ ਜਿਹੜੀ ਸੰਗਤ ਬੈਠੀ ਹੋਈ ਹੈ ਨਾ ਦੀਵਾਨ ਦੇ ਵਿੱਚ, ਸਾਰਿਆਂ ਨੇ ਆਪਣੀਆਂ ਗਰਦਨਾਂ ਨੀਵੀਆਂ ਕਰ ਲਈਆਂ, ਧੌਣਾ ਨੀਵੀਆਂ ਕਰ ਲਈਆਂ। ਕੋਈ ਵੀ ਉੱਪਰ ਨਹੀਂ ਦੇਖਦਾ ਕਿ ਮੈਂ ਜੇ ਉੱਪਰ ਵੇਖਿਆ ਤੇ ਮਹਾਰਾਜ ਕਿਤੇ ਕਹਿ ਹੀ ਨਾ ਦੇਣ ਵੀ ਤੂੰ ਆ ਜਾ ਸਿਰ ਦੇਣ ਵਾਸਤੇ। ਪਰ ਇੱਥੇ ਗੁਰਮੁਖੋ ਸੀਸ ਆਪਣੀ ਮਰਜ਼ੀ ਨਾਲ ਦੇਣਾ, ਕਿਸੇ ਨੂੰ ਕਹਿ ਕੇ ਮਜਬੂਰ ਕਰਕੇ ਨਹੀਂ ਲਿਆ ਜਾ ਸਕਦਾ। ਪਰ ਸੰਗਤ ਦੇ ਮਨ ਵਿੱਚ ਇਹ ਆ ਵੀ ਕਿਤੇ ਮਹਾਰਾਜ ਇਹ ਨਾ ਕਹਿ ਦੇਣ ਵੀ ਤੇਰਾ ਹੀ ਸੀਸ ਚਾਹੀਦਾ, ਤੂੰ ਭਾਈ ਆ ਜਾ। ਸਿਰ ਨੀਵੇਂ ਕਰ ਲੈ, ਚੁੱਪ ਕਰਕੇ ਸਾਰੇ ਬੈਠੇ ਹਨ। ਪੂਰਬ ਤੋਂ ਸੰਭਰਮ ਕੁਛ ਅਹੇ। ਕਹਿਣ ਲੱਗੇ ਪਹਿਲਾਂ ਤੇ ਕੁਝ ਸ਼ੰਕਾ ਸੀ। ਜਦੋਂ ਪਹਿਲੇ ਸਿੱਖ ਦਾ ਸੀਸ ਮੰਗਿਆ ਨਾ, ਉਦੋਂ ਕਿਤੇ ਕਿਤੇ ਗੱਲ ਜ਼ਰੂਰ ਸੀ ਵੀ ਚਲੋ ਮਹਾਰਾਜ ਵੈਸੇ ਹੀ ਕਹਿੰਦੇ ਹੋਣਗੇ, ਜਾਂ ਕਿਸੇ ਕਿਸੇ ਦੇ ਮਨ ਵਿੱਚ ਗੱਲ ਇਹ ਸੀ ਵੀ ਮਹਾਰਾਜ ਲੈ ਕੇ ਜ਼ਰੂਰ ਜਾਣਗੇ ਤੰਬੂ ਵਿੱਚ, ਪਰ ਬੰਦੇ ਨੂੰ ਮਾਰਨਗੇ ਨਹੀਂ। ਪਹਿਲਾਂ ਤੇ ਕਿਤੇ ਕੋਈ ਜਿਉਣ ਦੀ ਆਸਾ ਸੀ ਵੀ ਮਹਾਰਾਜ ਮਾਰਦੇ ਨਹੀਂ, ਪਰ ਹੁਣ ਤੇ ਸਭ ਨੇ ਸਿੱਖ ਦਾ ਸਿਰ ਲਿਆ, ਤਲਵਾਰ ਚੱਲੀ ਹੈ ਤੇ ਸੀਸ ਵੱਖਰਾ ਹੋਇਆ। ਹੁਣ ਤੇ ਕਿਸੇ ਗੱਲ ਦੀ ਗੁੰਜਾਇਸ਼ ਰਹਿ ਹੀ ਨਹੀਂ ਗਈ, ਸ਼ੰਕਾ ਰਹਿ ਹੀ ਨਹੀਂ ਗਿਆ ਕਿ ਮਹਾਰਾਜ ਹੁਣ ਦੂਸਰੀ ਵਾਰੀ ਨਹੀਂ ਤਲਵਾਰ ਚਲਾਉਣਗੇ, ਦੂਸਰੀ ਵਾਰੀ ਸਿੱਖ ਦਾ ਬਲੀਦਾਨ ਨਹੀਂ ਲੈਣਗੇ। ਇਹ ਤੇ ਹੁਣ ਗੱਲ ਰਹੀ ਨਹੀਂ ਹੈ, ਇਹ ਤੇ ਗੱਲ ਬਿਲਕੁਲ ਕਲੀਅਰ ਸਾਫ਼ ਹੋ ਗਈ ਹੈ ਕਿ ਜੇ ਦੂਜਾ ਸਿੱਖ ਵੀ ਉੱਠੇਗਾ ਉਹਨੂੰ ਵੀ ਮੌਤ ਪ੍ਰਵਾਨ ਕਰਨੀ ਪੈਣੀ ਹੈ। ਇਹ ਸ਼ੰਕੇ ਖਤਮ ਹੋ ਗਏ ਹਨ। ਅਬ ਤੋ ਨਿਸ਼ਚੈ ਪਤਨੋਂ ਲਹੇ। ਕਹਿਣ ਲੱਗੇ ਹੁਣ ਤੇ ਸਾਰਿਆਂ ਨੇ ਪਤਿਆ ਲਿਆ ਹੈ, ਸਾਰਿਆਂ ਨੇ ਅੱਖਾਂ ਦੇ ਨਾਲ ਵੇਖ ਲਿਆ ਹੈ ਕਿ ਮਹਾਰਾਜ ਸੀਸ ਮੰਗਦੇ ਨੇ, ਸਿੱਖ ਉੱਠਦਾ ਹੈ, ਮਹਾਰਾਜ ਤੰਬੂ 'ਚ ਲੈ ਕੇ ਜਾਂਦੇ, ਉੱਥੇ ਤਲਵਾਰ ਚੱਲਦੀ ਹੈ ਤੇ ਸਿੱਖ ਸ਼ਹੀਦ ਹੋ ਜਾਂਦਾ ਤੇ ਮਹਾਰਾਜ ਬਾਹਰ ਆ ਜਾਂਦੇ। ਇਹ ਕੌਤਕ ਸਾਰਿਆਂ ਨੇ ਵੇਖ ਲਿਆ, ਇਹਦੇ ਵਿੱਚ ਹੁਣ ਸ਼ੰਕਾ ਕੋਈ ਨਹੀਂ ਰਹਿ ਗਿਆ, ਗੁੰਜਾਇਸ਼ ਕੋਈ ਨਹੀਂ ਰਹਿ ਗਈ ਹੈ ਕਿ ਮਹਾਰਾਜ ਮਾਰਨਗੇ ਜਾਂ ਨਹੀਂ ਮਾਰਨਗੇ। ਇਹ ਗੱਲ ਪੱਕੀ ਹੋ ਗਈ ਹੈ ਕਿ ਬਿਲਕੁਲ ਇਹਨਾਂ ਨੇ ਮਾਰ ਹੀ ਦੇਣਾ ਹੈ। ਲਖਿਓ ਸਭਨ ਇੱਕ ਹਤਿਓ ਅਗਾਰੀ। ਕਹਿਣ ਲੱਗੇ ਸਾਰੇ ਜਾਣੇ ਇਹ ਜਾਣਦੇ ਪਏ ਕਿ ਮਹਾਰਾਜ ਨੇ ਪਹਿਲਾਂ ਇੱਕ ਸਿੱਖ ਮਾਰ ਦਿੱਤਾ ਹੈ, ਇੱਕ ਸਿੱਖ ਨੇ ਬਲੀਦਾਨ ਦਿੱਤਾ ਹੈ, ਭਾਈ ਦਇਆ ਰਾਮ। ਇਹ ਸਾਰਿਆਂ ਨੇ ਵੇਖ ਲਿਆ ਹੈ ਕਿ ਮਹਾਰਾਜ ਨੇ ਇੱਕ ਸਿੱਖ ਨੂੰ ਪਹਿਲਾਂ ਕਤਲ ਕੀਤਾ, ਪਹਿਲਾਂ ਬਲੀਦਾਨ ਦੇ ਦਿੱਤਾ ਹੈ। ਇਹ ਸਭ ਨੇ ਵੇਖ ਲਿਆ ਹੈ। ਅਬ ਚਾਹਤ ਦੂਸਰ ਕੋ ਮਾਰੀ। ਹੁਣ ਮਹਾਰਾਜ ਦੂਜਾ ਸਿੱਖ ਮਾਰਨਾ ਚਾਹੁੰਦੇ। ਅੱਜ ਮਹਾਰਾਜ ਨੂੰ ਕੀ ਹੋ ਗਿਆ ਹੈ, ਵੱਡੇ ਗੁਰੂ ਸਾਹਿਬਾਨ ਤੇ ਸਿੱਖਾਂ ਦੀ ਰਾਖੀ ਕਰਦੇ ਸਨ, ਸਿੱਖਾਂ ਨੂੰ ਪਾਲਦੇ ਸਨ। ਪ੍ਰਤਪਾਲੈ ਅਪਿਆਉ ਦੇ, ਮੂੰਹ ਵਿੱਚ ਬੁਰਕੀ ਪਾ ਕੇ ਵੀ ਗੁਰੂ ਆਪਣੇ ਸਿੱਖ ਨੂੰ ਪਾਲਦਾ ਹੈ। ਪਹਿਲੇ ਗੁਰੂ ਪਾਤਸ਼ਾਹ ਤੇ ਪਾਲਦੇ, ਇਹ ਮਾਰਨ ਵਾਸਤੇ ਚੱਲ ਪਏ। ਪਹਿਲਾਂ ਇੱਕ ਬੰਦਾ ਮਾਰਿਆ, ਹੁਣ ਦੂਜੇ ਦੀ ਵਾਰੀ ਆਈ ਹੈ। ਕਿਤ ਕਬੀਰ ਪੁਨ ਕਹਿ ਜਗਦੀਸ਼ਾ। ਕਹਿਣ ਲੱਗੇ ਵੀ ਸਿੱਖ ਸੋਚਦੇ ਪਏ ਵੀ ਹੁਣ ਨਾ ਭਾਈ ਕੋਈ ਉੱਠਿਓ, ਹੁਣ ਇਹ ਗੱਲ ਪਤਾ ਲੱਗ ਗਈ ਹੈ ਵੀ ਇਹਨਾਂ ਨੇ ਮਾਰ ਹੀ ਦੇਣਾ ਹੈ। ਮਹਾਰਾਜ ਨੇ ਵੇਖਿਆ ਸਾਰੇ ਚੁੱਪ ਕਰਕੇ ਬੈਠ ਗਏ, ਕੋਈ ਨਹੀਂ ਉੱਪਰ ਦੇਖਦਾ, ਕੋਈ ਨਹੀਂ ਬੋਲਦਾ। ਸਤਿਗੁਰਾਂ ਨੇ ਦੂਜੀ ਵਾਰੀ ਫਿਰ ਆਖਿਆ, ਧੰਨ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੂਜੀ ਵਾਰੀ ਫਿਰ ਆਖਣ ਲੱਗੇ ਹਨ, ਉਹ ਪਿਆਰੋ ਸਿੱਖ ਦੇਵੈ ਸੀਸਾ। ਮਹਾਰਾਜ ਕਹਿਣ ਲੱਗੇ ਕੋਈ ਹੈ ਇਹੋ ਜਿਹਾ ਪਿਆਰਾ ਜਿਹੜਾ ਸਾਨੂੰ ਆਪਣਾ ਸੀਸ ਆਪਣੀ ਮਰਜ਼ੀ ਨਾਲ ਦੇਵੇ। ਅਸੀਂ ਮੰਗ ਕੇ ਨਹੀਂ ਲਵਾਂਗੇ ਕਿ ਫਲਾਣਿਆ ਤੂੰ ਉੱਠ ਕੇ ਇੱਥੇ ਸੀਸ ਦੇ। ਅਸੀਂ ਸਮੂਹ ਸੰਗਤ ਨੂੰ ਇਹ ਗੱਲ ਕਵਾਂਗੇ ਸੀਸ ਚਾਹੀਦਾ, ਪਰ ਸੀਸ ਆਪਣੀ ਮਰਜ਼ੀ ਨਾਲ ਦੇਣ ਵਾਸਤੇ ਜਿਹੜਾ ਵੀ ਉੱਠਣਾ ਚਾਹੁੰਦਾ ਕੋਈ ਹੈ ਸਾਡਾ ਪਿਆਰਾ। ਅਸੀਂ ਤੇ ਸਾਰਿਆਂ ਨੂੰ ਪਿਆਰ ਕਰਦੇ ਹਾਂ ਤੇ ਤੁਹਾਡੇ ਵਿੱਚੋਂ ਵੀ ਬਹੁਤੇ ਸਾਨੂੰ ਪਿਆਰ ਕਰਦੇ, ਪਰ ਉਹਨਾਂ ਬਹੁਤਿਆਂ ਵਿੱਚੋਂ ਕੋਈ ਇਹੋ ਜਿਹਾ ਇੱਕ ਹੈ ਜਿਹੜਾ ਸਾਡੇ ਕਹਿਣ ਤੇ ਆਪਣਾ ਸੀਸ ਦੇਣਾ ਕਰੇ। ਜਬ ਹੂੰ ਤੀਜੋ ਬਚਨ ਉਚਾਰਾ। ਗੁਰਮੁਖੋ ਜਦੋਂ ਦੂਜੀ ਵਾਰੀ ਆਖਿਆ ਨਾ, ਕੋਈ ਨਹੀਂ ਉੱਠਿਆ, ਸਾਰੇ ਚੁੱਪ ਕਰਕੇ ਬੈਠੇ। ਪਹਿਲਾ ਸਿੱਖ ਉੱਠਿਆ ਤੇ ਕਤਲ ਹੋ ਗਿਆ, ਮੈਂ ਉੱਠਾਂਗਾ ਤੇ ਮੈਂ ਵੀ ਹੋ ਜਾਵਾਂਗਾ। ਦੂਜੀ ਵਾਰੀ ਕਹਿਣ ਦੇ ਨਾਲ ਕੋਈ ਹਿੱਲਿਆ ਨਹੀਂ। ਮਹਾਰਾਜ ਨੇ ਫਿਰ ਤੀਜੀ ਵਾਰੀ ਆਖਿਆ, ਕਹਿਣ ਲੱਗੇ ਗੁਰੂ ਕੀ ਸੰਗਤ, ਅੱਜ ਗੁਰੂ ਘਰ ਨੂੰ ਸੀਸ ਦੀ ਲੋੜ ਹੈ, ਸਿੱਖ ਦੇ ਬਲੀਦਾਨ ਦੀ ਲੋੜ ਹੈ। ਕੋਈ ਤੁਹਾਡੇ ਵਿੱਚ ਇਹੋ ਜਿਹਾ ਨਹੀਂ ਜਿਹੜਾ ਉੱਠ ਕੇ ਬਲੀਦਾਨ ਦੇਵੇ। ਤੀਜੀ ਵਾਰੀ ਫਿਰ ਬਚਨ ਕੀਤਾ ਹੈ। ਧਰਮ ਸਿੰਘ ਤਬ ਹਿਰਦੈ ਵਿਚਾਰਾ। ਗੁਰਮੁਖੋ ਭਾਈ ਧਰਮ ਦਾਸ ਦਾ ਆਪਾਂ ਧਰਮ ਚੰਦ ਕਹਿ ਲਈਏ, ਇਹ ਬੈਠਾ ਹੋਇਆ ਸੰਗਤ ਵਿੱਚ। ਜਦੋਂ ਤੀਜੀ ਵਾਰੀ ਆਖਿਆ ਤੇ ਭਾਈ ਧਰਮ ਚੰਦ ਨੇ ਆਪਣੇ ਮਨ ਵਿੱਚ ਉਸ ਵੇਲੇ ਵਿਚਾਰਿਆ ਹੈ, ਜਾਤ ਜਾਟ ਹਸਤਨਪੁਰ ਵਾਸੀ। ਗੁਰਮੁਖੋ ਇਹ ਜੱਟ ਜਾਤੀ ਦਾ ਸਿੱਖ ਹੈ ਭਾਈ ਧਰਮ ਚੰਦ, ਔਰ ਹਸਤਨਾਪੁਰ ਕਹਿੰਦੇ ਦਿੱਲੀ ਨੂੰ, ਦਿੱਲੀ ਦਾ ਨਿਵਾਸੀ ਹੈ।
ਇਹ ਇੱਥੇ ਇਹਨਾਂ ਪੰਜਾਂ ਪਿਆਰਿਆਂ ਦੇ ਨਾਮ ਦੇ ਨਾਲ ਸਿੰਘ ਸ਼ਬਦ ਆ ਰਿਹਾ, ਭਾਈ ਧਰਮ ਸਿੰਘ ਜਾਂ ਭਾਈ ਦਇਆ ਸਿੰਘ। ਪਰ ਗੁਰਮੁਖੋ ਇਹ ਸਿੰਘ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਵਿੱਚ ਦਿੱਤਾ। ਅੰਮ੍ਰਿਤ ਛਕਣ ਤੋਂ ਪਹਿਲਾਂ ਇਹਨਾਂ ਦੇ ਨਾਮ ਇਸ ਤਰ੍ਹਾਂ ਦੇ ਹੀ ਨੇ, ਦਇਆ ਰਾਮ, ਧਰਮਚੰਦ ਵਗੈਰਾ। ਸੋ ਕਹਿਣ ਲੱਗੇ ਇਹ ਭਾਈ ਧਰਮਚੰਦ ਜਿਹੜੇ ਨੇ ਦਿੱਲੀ ਦੇ ਰਹਿਣ ਵਾਲੇ, ਇਹਨਾਂ ਦੀ ਜਾਤੀ ਜੱਟ ਹੈ। ਜਿਹੜਾ ਪਹਿਲਾ ਸਿੱਖ ਉੱਠਿਆ ਸੀ ਉਹਦਾ ਨਾਮ ਹੈ ਦਇਆ ਰਾਮ, ਉਹ ਲਾਹੌਰ ਦੇ ਰਹਿਣ ਵਾਲਾ, ਉਹ ਖੱਤਰੀ ਜਾਤ ਦੇ ਨਾਲ ਹੈ। ਪੰਜਾਂ ਪਿਆਰਿਆਂ ਵਿੱਚੋਂ ਪਹਿਲਾ ਸਿੱਖ ਕੁਰਬਾਨੀ ਦੇਣ ਵਾਲਾ, ਬਲੀ ਦੇਣ ਵਾਲਾ ਭਾਈ ਦਇਆ ਰਾਮ ਖੱਤਰੀ ਹੈ। ਅਤੇ ਦੂਜਾ ਪੰਜਾਂ ਪਿਆਰਿਆਂ ਵਿੱਚੋਂ ਸਿੱਖ ਕੁਰਬਾਨੀ ਦੇਣ ਵਾਲਾ ਭਾਈ ਧਰਮਚੰਦ, ਉਹਨਾਂ ਦਾ ਨਾਮ ਹੈ। ਦਿੱਲੀ ਦੇ ਰਹਿਣ ਵਾਲੇ ਔਰ ਜੱਟ ਜਾਤੀ ਦੇ ਨਾਲ ਸੰਬੰਧ ਰੱਖਦੇ। ਕਹਿਣ ਲੱਗੇ ਇਹਨਾਂ ਨੇ ਉਸ ਵੇਲੇ ਮਨ ਸੋ ਕਹਿ ਕਿਉਂ ਭਾ ਪ੍ਰਣਨਾਸ਼ੀ, ਉਸ ਵੇਲੇ ਆਪਣੇ ਮਨ ਨੂੰ ਆਖਿਆ, ਉਹ ਮਨਾ ਤੂੰ ਆਪਣੇ ਪ੍ਰਣ ਤੋਂ ਕਿਉਂ ਫਿਰਦਾ ਪਿਆ। ਬੈਠਿਆ ਹੋਇਆ ਨਾ ਜਿੱਥੇ ਬੈਠੇ ਸਨ ਭਾਈ ਦਾ ਧਰਮਚੰਦ, ਆਪਣੇ ਮਨ ਨੂੰ ਹੀ ਆਖਿਆ, ਉਹ ਮਨਾ ਇਹ ਸੀਸ ਤੇ ਗੁਰੂ ਦਾ ਹੈ, ਇਹ ਤਨ ਵੀ ਗੁਰੂ ਦਾ, ਇਹ ਮਨ ਵੀ ਗੁਰੂ ਦਾ, ਜਦੋਂ ਹੈ ਹੀ ਗੁਰੂ ਦਾ। ਇੱਕ ਪਾਸੇ ਤੇ ਆਖਦਾ ਮਹਾਰਾਜ ਮੈਨੂੰ ਸਿੱਖੀ ਦੇ ਦਿਓ, ਤੇ ਦੂਸਰੇ ਪਾਸੇ ਮਹਾਰਾਜ ਦੇ ਕੋਲੋਂ ਜਾਨ ਲਕਾਉਂਦਾ ਪਿਆ। ਬਚਨ ਤੇ ਤੂੰ ਪਹਿਲਾਂ ਦੇ ਚੁੱਕਿਆ ਗੁਰੂ ਨੂੰ ਕਿ ਮਹਾਰਾਜ ਜਦੋਂ ਕਿਤੇ ਮੇਰੀ ਲੋੜ ਪਵੇਗੀ ਮੈਂ ਕੁਰਬਾਨੀ ਕਰਾਂਗਾ। ਅੱਜ ਉਹਨੂੰ ਗੁਰੂ ਨੂੰ ਲੋੜ ਪੈ ਗਈ, ਅੱਜ ਪਿੱਛੇ ਮੁੜਦਾ ਪਿਆ। ਤੂੰ ਆਪਣੇ ਬਚਨ ਤੋਂ, ਆਪਣੇ ਕੌਲ ਤੋਂ ਟਲਦਾ ਪਿਆ। ਇਹ ਤੇਰੀ ਬੇਈਮਾਨੀ ਹੈ, ਇਹ ਤੇਰੀ ਕਮਦਲੀ ਆਪਾਂ ਕਹਿ ਸਕਦੇ, ਇਹ ਤੇਰੇ ਵਿੱਚ ਖੋਟਾਪਨ ਆ ਗਿਆ। ਭਾਈ ਧਰਮਚੰਦ ਆਪਣੇ ਮਨ ਨੂੰ ਹੀ ਕਹਿ ਰਿਹਾ, ਉਹ ਮਨਾ ਇਹ ਸਾਰਾ ਕੁਝ ਗੁਰੂ ਦਾ ਹੀ ਹੈ, ਤੇ ਤੂੰ ਕਿਉਂ ਨਹੀਂ ਉੱਠ ਕੇ ਨਿਸ਼ਾਵਰ ਕਰਦਾ ਹੈ। ਸਰਬ ਸਰੀਰ ਦੀਨ ਗੁਰ ਤਾਈ, ਇਹ ਜਿਹੜਾ ਮੈਨੂੰ ਸਰੀਰ ਮਿਲਿਆ ਇਹ ਵੀ ਤੇ ਗੁਰੂ ਨੇ ਦਿੱਤਾ ਨਾ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ, ਜਿੱਥੈ ਕੋਏ ਨਾ ਹੈ ਉਥੈ ਤੇਰੀ ਰੱਖ ਅਗਨੀ ਉਦਰਮ। ਇਹ ਬਚਨ ਮਹਾਰਾਜ ਨੇ। ਜੇ ਹੁਣ ਪ੍ਰਮਾਤਮਾ ਸਾਡੀ ਮਾਂ ਦੇ ਗਰਭ ਦੇ ਵਿੱਚ ਰੱਖਿਆ ਹੀ ਨਾ ਕਰੇ ਤੇ ਸਾਨੂੰ ਜਨਮ ਕਿਵੇਂ ਮਿਲੇਗਾ। ਅਸੀਂ ਤੇ ਗਰਭ ਕਾਲ ਦੇ ਵਿੱਚ ਹੀ ਮਰ ਜਾਵਾਂਗੇ। ਜੇ ਜਨਮ ਮਿਲ ਗਿਆ, ਦੁਨੀਆ ਤੇ ਆ ਗਏ, ਤੇ ਪ੍ਰਮਾਤਮਾ ਸਾਨੂੰ ਪਾਲਣ ਵਾਸਤੇ ਦੁੱਧ ਨਾ ਪਹੁੰਚਾਵੇ, ਖਾਣਾ ਨਾ ਪਹੁੰਚਾਵੇ, ਸਾਡੇ ਅੰਦਰ ਉਹ ਮਸ਼ੀਨ ਨਾ ਚੱਲੇ ਖਾਣਾ ਹਜਮ ਕਰਨ ਵਾਲੀ, ਤੇ ਅਸੀਂ ਬਚਾਂਗੇ ਕਿਵੇਂ। ਸਾਰਾ ਕੁਝ ਹੀ ਉਹ ਕਰਦਾ ਨਾ। ਪ੍ਰਤਪਾਲ ਮਾਤਾ ਉਦਰ ਰਾਖੈ, ਲਗਨ ਦੇਤ ਨਾ ਸੇਕ, ਸੋਈ ਸੁਆਮੀ ਇਹਾਂ ਰਾਖੈ, ਬੁੱਝ ਬੁੱਧ ਵਿਵੇਕ। ਮਾਤਾ ਦੇ ਪੇਟ ਵਿੱਚ ਜਿਹੜਾ ਸੇਕ ਨਹੀਂ ਨਾ ਲੱਗਣ ਦਿੰਦਾ ਜਠਰਾ ਅਗਨੀ ਦਾ, ਉਹ ਅਗਨੀ ਦੇ ਵਿੱਚ ਵੀ ਰੱਖ ਸਕਦਾ ਤੇ ਬਾਹਰ ਵੀ ਰੱਖ ਸਕਦਾ। ਪਰ ਸਾਨੂੰ ਇੱਥੇ ਆ ਕੇ ਆ ਜਾਂਦਾ ਵੀ ਮੇਰਾ ਤਾਂ ਕੋਈ ਵਾਲੀ ਵਾਰਸ ਹੈ ਹੀ ਨਹੀਂ, ਮੈਨੂੰ ਆਪੇ ਹੀ ਸਭ ਕੁਝ ਕਰਨਾ ਪੈਣਾ। ਜੈਸੀ ਅਗਨ ਉਦਰਮੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ, ਜਾਂ ਤਿਸ ਭਾਣਾ ਤਾਂ ਮੰਨਿਆ। ਜਦੋਂ ਪਰਮਾਤਮਾ ਦਾ ਭਾਣਾ ਹੋਇਆ ਨਾ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਪਰਮਾਤਮਾ ਦਾ ਭਾਣਾ ਜਦੋਂ ਹੋਇਆ ਉਦੋਂ ਸੰਸਾਰ ਵਿੱਚ ਆਇਆ। ਤੇ ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ, ਭਾਈ ਬਚਨ ਇਹ ਹੈ ਕਿ ਇਹ ਸਾਰਾ ਕੁਝ ਗੁਰੂ ਨੇ ਦਿੱਤਾ ਹੈ। ਤੇ ਫਿਰ ਜੇ ਗੁਰੂ ਦੇ ਕੋਲੋਂ ਲੈ ਕੇ ਮੁਕਰ ਜਾਈਏ, ਪਿੱਛੇ ਹਟ ਜਾਈਏ, ਤੇ ਗੱਲ ਠੀਕ ਨਹੀਂ ਹੈ। ਕਰੈ ਤਥਾ ਜੀ ਜਥਾ ਸੁਹਾਈ, ਤੇ ਸਤਿਗੁਰੂ ਪਾਤਸ਼ਾਹ ਜਿਵੇਂ ਕਹਿ ਰਹੇ ਨੇ ਮੈਨੂੰ ਉਵੇਂ ਕਰਨਾ ਚਾਹੀਦਾ। ਇਹਦੇ ਵਿੱਚ ਮੇਰੀ ਸ਼ੋਭਾ ਹੋਵੇਗੀ, ਜਿਵੇਂ ਗੁਰੂ ਆਖਦਾ ਹੈ ਮੈਨੂੰ ਬਿਲਕੁਲ ਇਨ ਭਿੰਨ ਉਹ ਕੰਮ ਕਰਨਾ ਚਾਹੀਦਾ। ਜੇ ਮੈਂ ਨਹੀਂ ਕਰਾਂਗਾ ਤੇ ਇਹ ਗੱਲ ਸ਼ੋਭਨੀਕ ਨਹੀਂ ਹੈ। ਗੁਰ ਕਰ ਤਬ ਮੈਂ ਕਿਉਂ ਕਰ ਸ਼ੰਕਾ, ਮੈਂ ਗੁਰੂ ਦੇ ਕੰਮ ਦੇ ਵਿੱਚ ਕਿਉਂ ਸ਼ੰਕਾ ਕਰੀ ਬੈਠਾ। ਮਾਰੈ ਰਾਖੈ ਇੱਕੋ ਆਪ। ਹੁਣ ਗੁਰੂ ਦੀ ਮਰਜ਼ੀ ਹੈ, ਮੈਨੂੰ ਮਾਰ ਦੇਵੇ ਤੇ ਤਾਂ ਵੀ ਗੁਰੂ ਦੀ ਮਰਜ਼ੀ ਹੈ, ਰੱਖ ਲਵੇ ਤੇ। ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗੈ, ਵਾਹਿਗੁਰੂ। ਜੇ ਗੁਰੂ ਝਿੜਕ ਵੀ ਮਾਰੇ ਨਾ ਉਹ ਵੀ ਚੰਗੀ ਹੈ, ਤੇ ਜੇ ਗੁਰੂ ਬਖਸ਼ ਦੇਵੇ ਤੇ ਉਹ ਵੀ ਗੱਲ ਚੰਗੀ ਹੈ। ਸੋ ਇੱਥੇ ਭਾਈ ਧਰਮ ਚੰਦ ਸੋਚਦੇ ਪਏ, ਕਹਿਣ ਲੱਗੇ ਕਿ ਗੁਰੂ ਦਾ ਕਰਤੱਵ, ਗੁਰੂ ਦਾ ਕੰਮ ਚੰਗਾ ਕਰਕੇ ਭਲਾ ਕਰਕੇ ਮੰਨਣਾ ਚਾਹੀਦਾ ਹੈ। ਬੈਠ ਰਿਓ ਮਨ ਮਾਨ ਆਤੰਕਾ, ਕਹਿਣ ਲੱਗੇ ਬੈਠੇ ਰਹਿ। ਮੈਂ ਕਿਉਂ ਬੈਠਾ ਰਿਹਾ ਮਨ ਵਿੱਚ ਡਰ ਮੰਨ ਕੇ, ਨਹੀਂ ਸੀ ਬੈਠਣਾ ਚਾਹੀਦਾ। ਗੁਰੂ ਪਾਤਸ਼ਾਹ ਨੇ ਪਹਿਲੀ ਵਾਰੀ ਸੀਸ ਮੰਗਿਆ, ਮੈਨੂੰ ਪਹਿਲੀ ਵਾਰੀ ਛਾਲ ਮਾਰ ਕੇ ਉੱਠਣਾ ਚਾਹੀਦਾ। 3 ਬਚਨ ਤੇ ਮਹਾਰਾਜ ਨੇ ਪਹਿਲਾਂ ਕੀਤੇ ਤੇ ਦਇਆ ਰਾਮ ਉੱਠੇ, ਉਦੋਂ ਮਗਰੋਂ 3 ਬਚਨ ਮੈਂ ਵੀ ਕਰਾਏ ਤੇ ਤਾਂ ਉੱਠਿਆ। 6 ਵਾਰੀ ਬਚਨ ਹੋ ਗਿਆ ਨਾ ਵੀ ਸਾਨੂੰ ਸੀਸ ਚਾਹੀਦਾ।
ਇਹ ਮਨਾ ਤੂੰ ਬੜਾ ਖੋਟਾ ਕੰਮ ਕੀਤਾ ਹੈ, ਤੈਨੂੰ ਪਹਿਲੀ ਵਾਰੀ ਉੱਠਣਾ ਚਾਹੀਦਾ ਸੀ। ਤੂੰ 6 ਵਾਰੀ ਕਿਉਂ ਵਜਨ ਕਢਾਇਆ? ਕਿਉਂ ਡਰ ਮੰਨ ਕੇ ਬੈਠਾ ਹੋਇਆ ਹੈ? ਏਮ ਵਿਚਾਰ ਤਤਸ਼ਨ ਹਵੈ ਠੰਡ। ਗੁਰਮੁਖੋ, ਇਹ ਮਨ ਵਿੱਚ ਵਿਚਾਰੀਆਂ ਗੱਲਾਂ ਜਿਹੜੀਆਂ ਆਪਾਂ ਸੁਣੀਆਂ, ਇਹ ਗੱਲਾਂ ਵਿਚਾਰ ਕੇ ਭਾਈ ਧਰਮ ਚੰਦ ਉਸ ਵੇਲੇ ਛੇਤੀ ਨਾਲ ਫਿਰ ਮਹਾਰਾਜ ਦੇ ਸਾਹਮਣੇ ਖੜਾ ਹੋ ਗਿਆ ਹੈ। ਸੰਗਤ ਪਿਖੈ ਧੀਰ ਧਰ ਗਾਢੋ। ਗੁਰਮੁਖੋ, ਸੰਗਤ ਵੇਖਦੀ ਪਈ ਹੈ। ਪਹਿਲਾ ਸਿੱਖ ਉੱਠਿਆ ਤੇ ਉਦੋਂ ਕਿਸੇ ਕਿਸੇ ਦੇ ਮਨ ਵਿੱਚ ਸੀ ਵੀ ਮਹਾਰਾਜ ਮਾਰਨਗੇ ਨੇ। ਹੁਣ ਤੇ ਸਾਰਿਆਂ ਨੇ ਸਾਹਮਣੇ ਬੰਦਾ ਮਰਦਾ ਵੇਖ ਲਿਆ, ਸਾਰੇ ਡਰੇ ਹੋਏ, ਸਭ ਕੁਝ ਅੱਖਾਂ ਦੇ ਸਾਹਮਣੇ ਵੇਖ ਕੇ ਦੂਜੀ ਵਾਰੀ ਉੱਠ ਪੈਣਾ ਬੜੀ ਵੱਡੀ ਗੱਲ ਹੈ। ਜਦੋਂ ਸੰਗਤ ਵਿੱਚ ਉੱਠ ਕੇ ਆਖਿਆ ਨਾ, ਮਹਾਰਾਜ ਮੇਰਾ ਸੀਸ ਆਪ ਜੀ ਮੇਰੇ ਸੀਸ ਨੂੰ ਪ੍ਰਵਾਨ ਕਰੋ। ਸਤ ਸ਼੍ਰੀ ਅਕਾਲ। ਸਾਰੀ ਸੰਗਤ ਨੇ ਮੁੜ ਕੇ ਵੇਖਿਆ ਪਿੱਛੇ ਨੂੰ, ਜਿੱਥੇ ਭਾਈ ਧਰਮ ਚੰਦ ਖਲੋਤੇ ਹੋਏ ਸਨ, ਵੀ ਇਹ ਕਿਹੜਾ ਹੈ ਜਿਹੜਾ ਦੁਬਾਰਾ ਉੱਠ ਪਿਆ। ਪਹਿਲੀ ਵਾਰੀ ਦੀ ਇਹਨੇ ਮਰਦਾ ਨਹੀਂ ਵੇਖਿਆ ਸਿੱਖ। ਪਹਿਲੀ ਵਾਰੀ ਸਿੱਖ ਦਾ ਸੀਸ ਧੜ ਦੇ ਨਾਲੋਂ ਜੁਦਾ ਹੁੰਦਾ ਵੇਖਣ ਦੇ ਬਾਵਜੂਦ ਵੀ ਇਹ ਦੂਜੀ ਵਾਰੀ ਫਿਰ ਉੱਠ ਪਿਆ। ਕੌਣ ਹੈ? ਸਾਰਿਆਂ ਨੇ ਮੁੜ ਕੇ ਭਾਈ ਧਰਮ ਚੰਦ ਵੱਲ ਵੇਖਿਆ ਹੈ। ਕਹਿਓ ਨਿਸ਼ੰਕ ਜੋਰ ਜੁਗ ਕਰ ਕੋ। ਪਰ ਇਹਨਾਂ ਨੂੰ ਕੋਈ ਸ਼ੰਕਾ ਨਹੀਂ ਹੈ। ਦੋਨੇ ਹੱਥ ਜੋੜੇ ਹੋਏ ਭਾਈ ਧਰਮ ਚੰਦ ਜੀਆਂ ਨੇ ਦੋਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਲਿਓ ਸਤਿਗੁਰੂ ਜੀ ਮੇਰੇ ਸਿਰ ਕੋ। ਮਹਾਰਾਜ, ਆਪਣੇ ਦਾਸ ਦਾ ਆ ਜਿਹੜਾ ਸੀਸ ਹੈ ਇਹ ਵੀ ਤੇ ਤੁਹਾਡਾ ਹੀ ਬਖਸ਼ਿਆ ਹੋਇਆ, ਮੈਂ ਇਹਦਾ ਕੀ ਕਰਨਾ ਹੈ? ਆਪ ਜੀ ਕਿਰਪਾ ਕਰੋ, ਇਹ ਮੇਰਾ ਸੀਸ ਅੰਗੀਕਾਰ ਕਰੋ, ਮੈਂ ਦੇਣ ਵਾਸਤੇ ਤਿਆਰ ਹਾਂ। ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸੱਚ ਹੈ ਭਾਵੈ। ਸੀਸ ਦੇ ਕੇ ਵੀ ਗੁਰੂ ਨੂੰ ਭਾ ਜਾਈਏ ਤੇ ਬੜੀ ਚੰਗੀ ਗੱਲ ਹੈ। ਬੇਨਤੀ ਕਰਦੇ ਪਏ, ਮਹਾਰਾਜ ਮੈਂ ਇਹ ਦੇਣ ਵਾਸਤੇ ਆਪਣਾ ਸੀਸ ਬਿਲਕੁਲ ਤਿਆਰ ਹਾਂ, ਕਿਰਪਾ ਕਰਕੇ ਮੇਰਾ ਸੀਸ ਲੈਣਾ ਕਰੋ। ਦੇਖ ਸਿੱਖ ਪ੍ਰਿਯ ਉਠੇ ਪ੍ਰਿਯੰਕਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਪਿਆਰੇ ਸਿੱਖ ਨੂੰ ਵੇਖ ਕੇ ਮਹਾਰਾਜ ਉੱਠ ਪਏ ਪਲੰਗੇ ਦੇ ਉੱਪਰ। ਪਲੰਗ ਤੇ ਬੈਠੇ ਸਨ ਤੰਬੂ ਦੇ ਬਾਹਰ-ਬਾਹਰ, ਜਿੱਥੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਬਣਿਆ ਹੋਇਆ, ਉੱਥੇ ਬੈਠੇ ਹੋਏ ਮਹਾਰਾਜ ਸਾਹਿਬ ਜੀ। ਜਦੋਂ ਭਾਈ ਧਰਮ ਚੰਦ ਨੇ ਆਖਿਆ ਮਹਾਰਾਜ ਸੀਸ ਦੇਣ ਨੂੰ ਤਿਆਰ ਆ, ਸਤਿਗੁਰੂ ਜੀ ਆਪਣੇ ਪਲੰਗ ਤੋਂ ਉੱਠ ਕੇ ਖੜੇ ਹੋ ਗਏ ਹਨ। ਗਹਿ ਪੁਜ ਲੈ ਗਏ ਤਾਂ ਨਿਸ਼ੰਕਾ। ਇਹ ਸਤਿਗੁਰਾਂ ਨੇ ਇਹਦੀ ਵੀ ਬਾਂਹ ਫੜੀ ਹੈ, ਜਿਵੇਂ ਪਹਿਲਾਂ ਭਾਈ ਦਇਆ ਰਾਮ ਦੀ ਬਾਂਹ ਫੜ ਕੇ ਲੈ ਕੇ ਗਏ ਨਾ ਤੰਬੂ ਦੇ ਵਿੱਚ, ਇਸੇ ਤਰ੍ਹਾਂ ਹੁਣ ਭਾਈ ਧਰਮ ਚੰਦ ਦੀ ਬਾਂਹ ਫੜ ਕੇ ਮਹਾਰਾਜ ਉਸ ਤੰਬੂ ਦੇ ਵਿੱਚ ਲੈ ਗਏ ਹਨ। ਤੰਬੂ ਵਿਖੇ ਜਾਏ ਬੈਠਾਇਓ। ਤੇ ਸਤਿਗੁਰੂ ਪਾਤਸ਼ਾਹ ਜਦੋਂ ਤੰਬੂ ਵਿੱਚ ਲੈ ਕੇ ਗਏ ਨਾ, ਤੇ ਗੁਰਮੁਖੋ ਉੱਥੇ ਭਾਈ ਦਇਆ ਰਾਮ ਦੀ ਪਹਿਲਾਂ ਸ਼ਹੀਦੀ ਹੋ ਚੁੱਕੀ ਹੈ। ਪਹਿਲਾਂ ਸੀਸ ਮਹਾਰਾਜ ਨੂੰ ਉਹ ਭੇਟ ਕਰ ਚੁੱਕਾ, ਧੜ ਵੱਖਰਾ ਤੇ ਸੀਸ ਵੱਖਰਾ ਦਿਸਦਾ ਪਿਆ। ਸਤਿਗੁਰੂ ਉਸ ਤੰਬੂ ਵਿੱਚ ਲੈ ਗਏ ਹਨ। ਖੜਗ ਸਿਰ ਪਰ ਤਵੈ ਚਲਾਇਓ। ਤੇ ਉਸ ਵੇਲੇ ਮਹਾਰਾਜ ਜੀਆਂ ਨੇ ਫਿਰ ਭਾਈ ਧਰਮ ਚੰਦ ਦੇ ਸੀਸ ਦੇ ਉੱਪਰ ਦੂਜੀ ਵਾਰੀ ਤਲਵਾਰ ਦਾ ਵਾਰ ਕੀਤਾ। ਤਲਵਾਰ ਦਾ ਵਾਰ ਸਿਰ ਦੇ ਉੱਪਰ ਜਾਂ ਗਰਦਨ ਦੇ ਉੱਪਰ ਕੀਤਾ ਹੈ। ਸ਼ਬਦ ਸੁਣਿਓ ਅਰ ਸ਼੍ਰੋਣਤ ਹੀਰਾ। ਗੁਰਮੁਖੋ, ਜਦੋਂ ਦੂਜੀ ਵਾਰੀ ਇਹ ਕੁਰਬਾਨ ਹੋਏ ਨਾ ਭਾਈ ਧਰਮ ਚੰਦ, ਉਹ ਕੁਰਬਾਨੀ ਦਾ ਸ਼ਬਦ ਬਾਹਰ ਵੀ ਸੁਣਿਆ ਜਾ ਰਿਹਾ। ਜਦੋਂ ਤਲਵਾਰ ਚੱਲੀ ਹੈ, ਤਲਵਾਰ ਦੇ ਚੱਲਣ ਦੀ ਆਵਾਜ਼, ਸਿਰ ਦੇ ਵੱਢਣ ਦੀ ਆਵਾਜ਼ ਤੇ ਧੜ ਦੇ ਡਿੱਗਣ ਦੀ ਆਵਾਜ਼ ਸੰਗਤ ਨੇ ਬਾਹਰ ਵੀ ਸੁਣੀ ਹੈ। ਔਰ ਇਸੇ ਤਰ੍ਹਾਂ ਕਹਿਣ ਲੱਗੇ ਕਿ ਖੂਨ ਵੀ ਡੁੱਲਦਾ ਹੋਇਆ। ਉਹ ਦੂਜੇ ਸਿੱਖ ਦੀ ਕੁਰਬਾਨੀ ਹੋਈ ਹੈ, ਖੂਨ ਡੁੱਲਿਆ, ਖੂਨ ਤੰਬੂ ਦੇ ਵਿੱਚੋਂ ਬਾਹਰ ਆਇਆ। ਤੰਬੂ ਦੇ ਵਿੱਚੋਂ ਬਾਹਰ ਆਉਂਦਾ ਖੂਨ ਸਾਰੀ ਸੰਗਤ ਨੇ ਫਿਰ ਵੇਖਿਆ ਹੈ। ਸਭਨ ਲਿਖਿਓ ਸਿੱਖ ਕੋ ਕੱਟ ਗੇਰਾ। ਉਸ ਵੇਲੇ ਸਾਰਿਆਂ ਨੇ ਜਾਣ ਲਿਆ ਵੀ ਮਹਾਰਾਜ ਜੀਆਂ ਨੇ ਦੂਜੇ ਸਿੱਖ ਨੂੰ ਵੀ ਕੁਰਬਾਨ ਕਰ ਦਿੱਤਾ। ਪਹਿਲੇ ਸਿੱਖ ਦੀ ਕੁਰਬਾਨੀ ਪਹਿਲਾਂ ਹੋਈ ਹੈ, ਦੂਜੇ ਦੀ ਅੱਜ ਫੇਰ ਹੋਈ ਹੈ। ਸਾਰੀ ਸੰਗਤ ਜਾਣ ਗਈ ਹੈ ਕਿ ਇਹ ਦੂਜੇ ਸਿੱਖ ਨੂੰ ਵੀ ਮਹਾਰਾਜ ਨੇ ਕੁਰਬਾਨ ਕਰ ਦਿੱਤਾ ਹੈ। ਦਇਆ ਸਿੰਘ ਕੇ ਨਿਕਟ ਲਟਾਵਾ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਭਾਈ ਦਇਆ ਰਾਮ ਦੇ ਕੋਲ ਇਹਦਾ ਵੀ ਧੜ ਰੱਖ ਦਿੱਤਾ, ਨਾਲ ਸੀਸ ਰੱਖ ਦਿੱਤਾ। ਜਦੋਂ ਭਾਈ ਧਰਮ ਚੰਦ ਜੀ ਉੱਠੇ ਨਾ, ਮਹਾਰਾਜ ਨੇ ਪੁੱਛਿਆ ਨਾਮ ਕੀ ਹੈ ਸਿੱਖਾ ਤੇਰਾ, ਕਿੱਥੋਂ ਆਇਆ? ਮਹਾਰਾਜ ਦਿੱਲੀ ਤੋਂ ਆਇਆ। ਨਾਮ ਕੀ ਹੈ? ਧਰਮ ਚੰਦ। ਬੜੇ ਖੁਸ਼ ਹੋਏ, ਕਹਿਣ ਲੱਗੇ ਸਾਡੇ ਧਰਮ ਦੇ ਵਿੱਚ ਧਰਮ ਹੋਣਾ ਜ਼ਰੂਰੀ ਸੀਗਾ। ਧਰਮ ਦਇਆ ਦੇ ਆਸਰੇ, ਦਇਆ ਧਰਮ ਦੇ ਆਸਰੇ। ਪਹਿਲਾਂ ਧਰਮ ਦੇ ਵਿੱਚ ਦਇਆ ਆਈ ਹੈ, ਜਿੱਥੇ ਦਇਆ ਹੋਵੇਗੀ ਉੱਥੇ ਧਰਮ ਹੋਵੇਗਾ।
ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂ। ਜਿੱਥੇ ਧਰਮ ਹੈ ਉੱਥੇ ਦਇਆ ਹੈ, ਜਿੱਥੇ ਦਇਆ ਨਹੀਂ ਉੱਥੇ ਧਰਮ ਕਦੇ ਨਹੀਂ ਹੁੰਦਾ। 860 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਮਹਾਰਾਜ ਦਾ ਬਚਨ ਹੈ, ਜਿੱਥੇ ਜੀਵ ਦੇ ਉੱਪਰ ਦਇਆ ਕੀਤੀ ਨਾ, ਮਿਹਰ ਕੀਤੀ, ਉੱਥੇ 68 ਤੀਰਥ ਨੇ। 68 ਤੀਰਥ ਕਿਉਂ ਨੇ? ਕਿਉਂਕਿ ਉਹ ਧਰਮ ਹੈ। ਜਿੱਥੇ ਧਰਮ ਹੁੰਦਾ ਉੱਥੇ ਤੀਰਥ ਆਪੇ ਆ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅੱਗੇ ਦਇਆ ਸੀ ਧਰਮ ਦੇ ਵਿੱਚ, ਹੁਣ ਧਰਮ ਵੀ ਆ ਗਿਆ। ਸੁਣ ਕੇ ਬੜੇ ਖੁਸ਼ ਹੋਏ ਹਨ। ਬੈਠੋ ਹੋ ਬਹਿਰ ਨਾ ਕਰੋ ਲਖਾਵਾ। ਤੇ ਸਤਿਗੁਰੂ ਪਾਤਸ਼ਾਹ ਨੇ ਦੋਨੇ ਇਹ ਸਿੱਖਾਂ ਦੇ ਸਰੀਰ ਜਿਹੜੇ ਨੇ ਤੰਬੂ ਦੇ ਵਿੱਚ ਪਏ ਹੋਏ, ਤੇ ਤੰਬੂ ਦੇ ਵਿੱਚੋਂ ਖੂਨ ਬਾਹਰ ਜਾਂਦਾ ਹੋਇਆ ਸੰਗਤਾਂ ਦੇਖਦੀਆਂ ਹਨ। ਸਜ ਸ਼ਰੋਣ ਜੁਤ ਅਸ ਕਰ ਲੀਨੇ। ਗੁਰਮੁਖੋ ਮਹਾਰਾਜ ਜੀਆਂ ਨੇ ਸਾਜ ਸਰੋਣਤ ਜੁਤ ਅਸ ਕਰ ਲੀਨੇ। ਮਹਾਰਾਜ ਦੇ ਹੱਥ ਵਿੱਚ ਜਿਹੜੀ ਤਲਵਾਰ ਫੜੀ ਹੈ, ਤਲਵਾਰ ਖੂਨ ਦੇ ਨਾਲ ਗੁੜੁੱਚ ਹੋਈ ਪਈ ਹੈ। ਤਲਵਾਰ ਖੂਨ ਦੇ ਨਾਲ ਭਿੱਜੀ ਹੈ। ਕੁਝ ਖੂਨ ਹੱਥਾਂ ਨੂੰ ਲੱਗਾ ਹੋਇਆ, ਕੁਝ ਖੂਨ ਕੱਪੜਿਆਂ ਨੂੰ ਵੀ ਲਹੂ ਲੱਗਾ ਹੋਇਆ। ਇਸ ਤਰ੍ਹਾਂ ਦਾ ਮਹਾਰਾਜ ਦਾ ਉਸ ਵੇਲੇ ਦਾ ਰੂਪ ਹੈ। ਬਹਿਰ ਆਏ ਥਿਰ ਗੁਰੂ ਪ੍ਰਵੀਨ। ਤੇ ਸਤਿਗੁਰੂ ਪਾਤਸ਼ਾਹ ਫਿਰ ਤੰਬੂ ਵਿੱਚੋਂ ਬਾਹਰ ਆ ਗਏ। ਇਹ 2 ਵਾਰੀ ਤੰਬੂ ਦੇ ਵਿੱਚ ਗਏ ਨੇ, 2 ਸਿੱਖਾਂ ਨੂੰ ਲੈ ਕੇ। ਦੋਨਾਂ ਦੀ ਕੁਰਬਾਨੀ ਹੋਈ ਹੈ, ਦੋਨਾਂ ਦੇ ਸੀਸ ਲਏ ਨੇ, ਤੇ ਮਹਾਰਾਜ ਫਿਰ ਤੰਬੂ ਵਿੱਚੋਂ ਬਾਹਰ ਆਏ ਹਨ। ਦੇਖਤ ਉਗਰ ਤੇਜ ਅਵਰਿਖਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਅੱਜ ਮੂੰਹ ਦੇ ਉੱਪਰ ਵੱਖਰਾ ਹੀ ਤੇਜ ਤਾਪ ਵੇਖਿਆ ਜਾ ਰਿਹਾ। ਨੂਰਾਨੀ ਤੇ ਚਿਹਰਾ ਪਹਿਲਾਂ ਹੀ ਹੈ, ਚਿਹਰੇ ਦੇ ਉੱਪਰ ਬਖਸ਼ਿਸ਼ਾਂ ਤੇ ਪਹਿਲਾਂ ਹੀ ਨੇ। ਬੜਾ ਜਲਾਲ ਹੈ ਮਹਾਰਾਜ ਦੇ ਮੁਖ ਦੇ ਉੱਪਰ, ਬੜਾ ਨੂਰ ਹੈ। ਪਰ ਜਿਸ ਵੇਲੇ ਮਹਾਰਾਜ ਖਾਲਸਾ ਪੰਥ ਸਾਜਣ ਲੱਗੇ, 5 ਸਿੱਖਾਂ ਦੇ ਸੀਸ ਦੀ ਮੰਗ ਹੋ ਰਹੀ ਹੈ, ਅੱਜ ਮਹਾਰਾਜ ਦੇ ਮੁਖ ਦੇ ਉੱਪਰ ਵੱਖਰਾ ਹੀ ਜਾਹੋ ਜਲਾਲ ਹੈ। ਜਿਵੇਂ ਚੜ੍ਹਦੇ ਸੂਰਜ ਦੀ ਟਿੱਕੀ ਹੁੰਦੀ ਹੈ ਨਾ ਲਾਲ ਰੰਗ ਦੀ, ਐਸਾ ਮੁਖ ਮਹਾਰਾਜ ਜੀਆਂ ਦਾ ਅੱਜ ਚਿਹਰਾ ਲਾਲ ਹੈ। ਬਚਨਾਂ ਦੇ ਵਿੱਚ ਗਰਜ ਹੈ, ਨੇਤਰ ਲਾਲ ਨੇ ਮਹਾਰਾਜ ਸਾਹਿਬ ਜੀਆਂ ਦੇ। ਸਾਰੀ ਸੰਗਤ ਇਸ ਤਰ੍ਹਾਂ ਵੇਖਦੀ ਪਈ ਹੈ। ਸਭ ਕੇ ਅਚਰਜ ਹੋਤ ਵਿਸ਼ੇਖਾ। ਤੇ ਸਾਰਿਆਂ ਦੇ ਮੂੰਹ ਦੇ ਵਿੱਚ ਹੈਰਾਨੀ ਹੋ ਰਹੀ ਹੈ। ਸਾਰਿਆਂ ਦੇ ਮੂੰਹ ਖੁੱਲੇ ਦੇ ਖੁੱਲੇ ਹੀ ਰਹਿ ਗਏ। ਚਿਹਰਾ ਵੇਖ ਕੇ ਪਤਾ ਲੱਗ ਜਾਂਦਾ ਵੀ ਇਹ ਬੰਦਾ ਹੈਰਾਨ ਹੋ ਗਿਆ। ਸਾਰੇ ਹੈਰਾਨ ਹੋਏ ਪਏ, ਮਹਾਰਾਜ ਕਰਦੇ ਕੀ ਪਏ। ਜੇ ਬਲੀ ਦੇਣ ਦੀ ਲੋੜ ਹੈ ਕਿਸੇ ਹੋਰ ਬੱਕਰੇ ਦੀ, ਕਿਸੇ ਹੋਰ ਜਾਨਵਰ ਦੀ ਦਿੱਤੀ ਜਾ ਸਕਦੀ ਹੈ, ਬੰਦੇ ਦੀ ਬਲੀ ਤੇ ਹਾਲੇ ਤੱਕ ਕਿਸੇ ਨੇ ਦਿੱਤੀ ਹੈ। ਗੁਲਾਮਾਂ ਦੀ ਬਲੀ ਤੇ ਹੋ ਸਕਦੀ ਹੈ, ਪਰ ਜਿਉਂਦੇ ਜਾਗਦੇ ਆਤਮ ਨਿਰਭਰ ਵਿਅਕਤੀ ਦੀ ਬਲੀ ਨਹੀਂ ਕਦੇ ਕਿਸੇ ਨੇ ਦਿੱਤੀ ਹੈ। ਇਹ ਮਹਾਰਾਜ ਕੀ ਕਰਦੇ ਪਏ? ਪਹਿਲਾਂ ਆਖਦੇ ਇੱਕ ਸੀਸ ਚਾਹੀਦਾ, ਹੁਣ ਦੂਜਾ ਵੀ ਕੁਰਬਾਨ ਕਰ ਦਿੱਤਾ। ਸਾਰਿਆਂ ਦੇ ਮਨ ਵਿੱਚ ਬੜੀ ਹੈਰਾਨੀ ਹੈ। ਫਿਰ ਗਏ ਕਾਚਨ ਮੁਕਸ਼ਰ ਜਰਦਾਈ। ਜਿਹੜੇ ਕੱਚੇ ਸਨ ਨਾ ਮੇਰੇ ਵਰਗੇ, ਕਿਉਂਕਿ ਗੁਰਮੁਖੋ ਸਿੱਖ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਕਿਸੇ ਵਿਦਵਾਨ ਨੇ ਲਿਖਿਆ ਮਾਂ ਦੇ ਪੁੱਤਰ 4 ਨੇ, ਪਰ ਗੁਰਮੁਖੋ ਚਾਰੇ ਪੁੱਤਰ ਕਦੇ ਬਰਾਬਰ ਨਹੀਂ ਹੁੰਦੇ। ਕੋਈ ਗੁਣ ਵਿੱਚ ਅੱਗੇ ਲੰਘ ਗਿਆ, ਕੋਈ ਕੰਮ ਦੇ ਵਿੱਚ ਅੱਗੇ ਲੰਘ ਜਾਂਦਾ, ਕੋਈ ਪਿੱਛੇ ਰਹਿ ਜਾਂਦਾ। ਪੁੱਤਰ 4 ਜ਼ਰੂਰ ਨੇ, ਪਰ ਚਾਰੇ ਬਰਾਬਰ ਨਹੀਂ, ਅੱਗੇ ਪਿੱਛੇ ਹੋ ਗਏ। ਇਸੇ ਤਰ੍ਹਾਂ ਕਹਿਣ ਲੱਗੇ ਵੀ ਕਲਾਸ ਦੇ ਵਿੱਚ ਵਿਦਿਆਰਥੀ ਤੇ ਭਾਵੇਂ 50 ਬੈਠੇ ਨੇ ਪੜ੍ਹਨ ਵਾਲੇ, ਤੇ ਪੜ੍ਹਾਉਣ ਵਾਲਾ ਟੀਚਰ ਵੀ ਇੱਕੋ ਹੀ ਹੈ। ਪੜ੍ਹਦੇ ਵੀ ਸਾਰੇ ਇੱਕੇ ਛੱਤ ਥੱਲੇ ਬੈਠ ਕੇ, ਪਰ ਗੁਰਮੁਖੋ 50 ਦੇ 50 ਹੁਸ਼ਿਆਰ ਨਹੀਂ। ਕਈ ਵਿੱਚ ਨਲਾਇਕ ਹੋਣਗੇ, ਕਈ ਫੇਲ ਹੋ ਜਾਣਗੇ, ਕਈ ਮਸਾਂ ਪਾਸ ਹੋਣਗੇ, ਤੇ ਕਈ ਪਹਿਲੇ ਨੰਬਰ 'ਤੇ ਵੀ ਆ ਜਾਂਦੇ। ਪੜ੍ਹਾਉਣ ਵਾਲਾ ਇੱਕੋ ਹੀ ਹੈ, ਬੈਠਣ ਵਾਲੇ ਵੀ ਉਹੀ ਨੇ, ਇੱਕੇ ਛੱਤ ਥੱਲੇ ਬੈਠ ਕੇ ਪੜ੍ਹਦੇ, ਤੇ ਪੜ੍ਹਾਇਆ ਵੀ ਸਾਰਿਆਂ ਨੂੰ ਬਰਾਬਰ ਹੀ ਜਾ ਰਿਹਾ। ਪਰ ਇੱਕ ਪਹਿਲੇ ਨੰਬਰ 'ਤੇ ਉਹ ਟੌਪ ਕਰਦਾ ਪਿਆ, ਤੇ ਇੱਕ ਵਿਚਾਰਾ ਫੇਲ ਹੁੰਦਾ ਪਿਆ। ਮਾਂ ਦੇ ਪੁੱਤਰ ਵੀ 4 ਹੀ ਨੇ, 4 ਨੂੰ ਸਿੱਖਿਆ ਵੀ ਇੱਕੋ ਜਿਹੀ ਹੈ, 4 ਦਾ ਭੋਜਨ ਪ੍ਰਸ਼ਾਦਾ ਵੀ ਇੱਕੋ ਜਿਹਾ, 4 ਦੇ ਉੱਪਰ ਖਰਚਾ ਵੀ ਇੱਕੋ ਜਿਹਾ। ਇੱਕ ਦੁਨੀਆ ਦੇ ਵਿੱਚ ਕਿਤੇ ਦਾ ਕਿਤੇ ਮੁਕਾਮ ਪ੍ਰਾਪਤ ਕਰ ਜਾਂਦਾ ਹੈ, ਘਰ ਜੋਗਾ ਹੀ ਰਹਿ ਜਾਂਦਾ। ਤੇ ਵਿਦਵਾਨਾਂ ਨੇ ਤੀਜੀ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਗੁਰਮੁਖੋ ਇੱਕ ਬਚਨ ਤੁਹਾਨੂੰ ਹੋਰ ਸੁਣਾ ਦਈਏ ਕਿ ਜਿਸ ਤਰ੍ਹਾਂ ਬੇੜੀ ਦੇ ਵਿੱਚ ਬੈਠੇ ਨੇ ਸਵਾਰ, ਤੇ ਮਲਾਹ ਉਸ ਬੇੜੀ ਨੂੰ ਚਲਾਉਂਦਾ ਪਿਆ। ਜਦੋਂ ਮਲਾਹ ਬੇੜੀ ਨੂੰ ਚਲਾਉਂਦਾ ਬੈਠੇ ਸਾਰੇ ਨੇ ਬੇੜੀ ਵਿੱਚ ਆ ਕੇ, ਪਰ ਗੁਰਮੁਖੋ ਜਦੋਂ ਬੇੜੀ ਉਹ ਕਿਨਾਰੇ ਲੱਗੇਗੀ ਨਾ, ਤੇ ਕਿਨਾਰੇ ਲੱਗਣ ਤੋਂ ਮਗਰੋਂ ਉਹ ਮੁਸਾਫਰ ਉਤਰ ਪੈਣਗੇ। ਕੋਈ ਛੇਤੀ ਨਾਲ ਦੂਰ ਚਲੇ ਜਾਏਗਾ ਕਿਸੇ ਦੇਸ਼ ਵਿਦੇਸ਼ ਵੱਡੇ ਸ਼ਹਿਰ ਵਿੱਚ, ਤੇ ਕੋਈ ਉੱਥੇ ਹੀ ਰਹਿ ਜਾਵੇਗਾ ਨੇੜੇ ਬੰਦੇ ਪਿੰਡਾਂ ਵਿੱਚ। ਸਾਰੇ ਬਰਾਬਰ ਨਹੀਂ ਪਹੁੰਚਣਗੇ। ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਬਚਨ ਲਿਖੇ, ਕਹਿਣ ਲੱਗੇ ਜੈਸੇ ਤਾਤ ਮਾਤ ਗ੍ਰਹਿ ਜਨਮਤ ਅਨੇਕ ਸੁੱਤ,
ਮਾਂ ਦੇ ਘਰ ਵਿੱਚ ਕਈ ਪੁੱਤਰ ਪੈਦਾ ਹੋਏ, ਕਈ ਪੁੱਤਰ ਇੱਕੇ ਵਿਹੜੇ ਵਿੱਚ ਪਲੇ, ਇੱਕੋ ਜਿਹਾ ਭੋਜਨ ਪ੍ਰਸ਼ਾਦਾ ਛਕਿਆ, ਪਰ ਕਹਿਣ ਲੱਗੇ ਸਕਲ ਨ ਹੋਤ ਸੰਸਾਰ ਗੁਣ ਗਥ ਜੀ। ਸਾਰੇ ਗੁਣਾਂ ਵਿੱਚ ਬਰਾਬਰ ਨਹੀਂ ਜੇ ਕਦੇ ਹੁੰਦੇ। ਆਪਣੀ ਜ਼ਿੰਦਗੀ ਦਾ ਤਜਰਬਾ ਕਰਕੇ ਵੇਖ ਲਓ। ਇਹ ਘਰ ਦੇ ਵਿੱਚ ਬੱਚੇ ਭਾਵੇਂ 5-6 ਹੋਣ, ਭੈਣਾਂ ਭਰਾ ਹੋਣ, ਪਰ ਸਾਰਿਆਂ ਦਾ ਗੁਣ ਇੱਕੋ ਜਿਹਾ ਨਹੀਂ ਹੋਵੇਗਾ। ਕੋਈ ਬਹੁਤਾ ਗੁੱਸੈਲਾ ਹੋਵੇਗਾ, ਕੋਈ ਮੋਹ ਕਰਨ ਵਾਲਾ ਹੋਵੇਗਾ, ਕੋਈ ਲੜਨ ਵਾਲਾ ਹੋਵੇਗਾ, ਕੋਈ ਕਮਾਈ ਕਰਨ ਵਾਲਾ ਹੋਵੇਗਾ, ਕੋਈ ਖਰਚ ਕਰਨ ਵਾਲਾ ਹੋਵੇਗਾ, ਕੋਈ ਜ਼ਿੰਦਗੀ ਦੇ ਨਵੇਂ ਤਜਰਬੇ ਕਰੇਗਾ ਤੇ ਕੋਈ 24 ਘੰਟੇ ਮੰਜੀ ਨਾਲ ਹੀ ਜੁੜਿਆ ਰਹੇਗਾ। ਪੁੱਤਰ ਇੱਕੋ ਹੀ ਨੇ, ਇੱਕੇ ਮਾਂ ਦੇ ਇੱਕੇ ਵਿਹੜੇ 'ਚ ਪਲੇ ਵੱਡੇ ਹੋਏ, ਪਰ ਆਪੋ ਆਪਣਾ ਸੁਭਾਅ ਵੱਖੋ ਵੱਖਰਾ। ਦੂਜੀ ਉਦਾਹਰਨ ਦਿੱਤੀ ਹੈ, ਕਹਿਣ ਲੱਗੇ ਚਟਿਆ ਅਨੇਕ ਜੈਸੇ ਆਵੇ ਚਾਟ ਸਾਲ ਵਿਖੇ। ਤੇ ਗੁਰਮੁਖੋ ਚਟਿਆ ਕਿਹਾ ਜਾਂਦਾ ਹੈ ਬੱਚਿਆਂ ਨੂੰ, ਵਿਦਿਆਰਥੀਆਂ ਨੂੰ, ਤੇ ਚਾਟ ਸਾਲ ਕਿਹਾ ਜਾਂਦਾ ਸਕੂਲ ਨੂੰ। ਸਕੂਲ ਦੇ ਵਿੱਚ ਵਿਦਿਆਰਥੀ ਤੇ ਬੜੇ ਆਉਂਦੇ ਨੇ। ਉਹਨਾਂ ਵਿਦਿਆਰਥੀਆਂ ਦੇ ਗਰੁੱਪ ਨੇ, 50 ਬੱਚਿਆਂ ਦੀ ਆਹ ਕਲਾਸ ਹੈ, 50-60 ਬੱਚਿਆਂ ਦੀ ਆਹ ਕਲਾਸ ਹੈ, ਪੜ੍ਹਦੇ ਤੇ ਸਾਰੇ ਹੀ ਪਏ। ਸਕੂਲ ਦੇ ਵਿੱਚ ਸਟਾਫ ਉਹੀ ਹੈ ਪੜ੍ਹਾਉਣ ਵਾਲਾ, ਜਿਹੜਾ ਪਹਿਲੇ ਨੰਬਰ 'ਤੇ ਆਉਣ ਵਾਲੇ ਬੱਚੇ ਨੂੰ ਵੀ ਪੜ੍ਹਾਉਂਦਾ ਪਿਆ, ਜਿਹੜਾ ਫੇਲ ਹੋਣ ਵਾਲੇ ਨੂੰ ਵੀ ਪੜ੍ਹਾਉਂਦਾ ਪਿਆ। ਮੁੱਖ ਅਧਿਆਪਕ ਉਹੀ ਹੈ, ਵਿਸ਼ੇ ਦਾ ਟੀਚਰ ਵੀ ਉਹੀ ਹੈ, ਪੜ੍ਹਦੇ ਵੀ ਸਾਰੇ ਇੱਕ ਛੱਤ ਥੱਲੇ ਪਏ, ਛੁੱਟੀ ਵੀ ਸਾਰਿਆਂ ਨੂੰ ਬਰਾਬਰ ਹੀ ਹੁੰਦੀ ਹੈ, ਸਕੂਲ ਵੀ ਸਾਰਿਆਂ ਦਾ ਇੱਕ ਸਮੇਂ ਲੱਗਦਾ, ਅੱਧੀ ਛੁੱਟੀ ਵੀ ਬਰਾਬਰ ਹੈ, ਰੋਟੀ ਭੋਜਨ ਵੀ ਸਾਰੇ ਇਕੱਠੇ ਛਕਦੇ ਤੇ ਖੇਡਦੇ ਵੀ ਸਾਰੇ ਇਕੱਠੇ। ਪਰ ਭਾਈ ਗੁਰਦਾਸ ਜੀ ਕਹਿਣ ਲੱਗੇ ਗੁਰਮੁਖੋ ਪੜ੍ਹਤ ਨਾ ਏਕ ਸਰਬਸ ਹਰ ਕਥ ਜੀ। ਪਰ ਸਾਰੇ ਇੱਕੋ ਜਿਹਾ ਨਹੀਂ ਜੇ ਪੜ੍ਹਦੇ। ਕੋਈ ਨਲਾਇਕ ਹੈ, ਕੋਈ ਹੁਸ਼ਿਆਰ ਹੈ, ਕੋਈ ਪਾਸ ਹੈ, ਕੋਈ ਫੇਲ ਹੈ। ਇਹ ਦੂਜੀ ਉਦਾਹਰਨ ਹੈ। ਤੇ ਤੀਜਾ ਬਚਨ ਕਹਤਾ, ਕਹਿਣ ਲੱਗੇ ਜੈਸੀ ਨਦੀ ਨਾ ਮਿਲਤ ਬੈਠਤ ਅਨੇਕ ਪੰਥੀ। ਤੇ ਪੰਥੀ ਕਿਹਾ ਜਾਂਦਾ ਰਾਹਗੀਰ ਨੂੰ, ਸਫ਼ਰ 'ਤੇ ਜਾਣ ਵਾਲਾ, ਜਿਵੇਂ ਆਪਾਂ ਕਹਿ ਦਈਏ ਮੁਸਾਫਰ। ਕਹਿਣ ਲੱਗੇ ਮੁਸਾਫਰ ਆ ਕੇ ਬੇੜੀ ਵਿੱਚ ਤੇ ਬੈਠੇ ਨੇ। ਮਲਾਹ ਨੂੰ ਆਖਿਆ ਚੱਲ ਭਾਈ ਬੇੜੀ ਨੂੰ ਚਲਾ ਤੇ ਦੂਜੇ ਕਿਨਾਰੇ ਲਾ ਦੇ, ਅਸੀਂ ਜਾਣਾ, ਪਾਰ ਹੋਣਾ, ਮੰਜ਼ਿਲ 'ਤੇ ਪਹੁੰਚਣਾ। ਹੁਣ ਮਲਾਹ ਨੇ ਬੇੜੀ ਵਿੱਚ 10-15 ਬੰਦੇ ਬਿਠਾ ਲਏ, ਬੇੜੀ ਚੱਲ ਪਈ ਹੈ। ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਨੂੰ ਬੇੜੀ ਜਾਂਦੀ ਪਈ ਹੈ। ਜਦੋਂ ਬੇੜੀ ਜਾ ਕੇ ਕਿਨਾਰੇ 'ਤੇ ਲੱਗੀ ਹੈ ਨਾ ਗੁਰਮੁਖੋ, ਤੇ ਕਹਿਣ ਲੱਗੇ ਹੋਤ ਨਾ ਸਮਾਨ ਸਭ ਚਲਤ ਹੈ ਪੰਥ ਜੀ। ਤੁਸੀਂ ਕਦੇ ਵੇਖਿਓ ਕਿਨਾਰੇ 'ਤੇ ਉਤਰ ਕੇ ਸਾਰਿਆਂ ਦੀ ਚਾਲ ਇੱਕੋ ਜਿਹੀ ਨਹੀਂ ਹੁੰਦੀ। ਕੋਈ ਬੁੱਢਾ ਹੈ ਵਿਚਾਰਾ ਹੌਲੀ ਹੌਲੀ ਡੰਗੋਰੀ ਲੈ ਕੇ ਤੁਰਿਆ ਜਾਂਦਾ, ਕਿਸੇ ਦੇ ਕੋਲ ਭਾਰ ਹੈ ਉਹ ਭਾਰ ਚੁੱਕ ਕੇ ਹੌਲੀ ਤੁਰਦਾ, ਕਿਸੇ ਦੀ ਚਾਲ ਬੜੀ ਵੱਡੀ, ਉਹਨੇ 4 ਛਾਲਾਂ ਮਾਰੀਆਂ, ਉਹ ਕਿਤੇ ਦਾ ਕਿਤੇ ਪਹੁੰਚ ਗਿਆ। ਬੇੜੀ ਇੱਕੋ ਸਮੇਂ ਹੀ ਕਿਨਾਰੇ 'ਤੇ ਲੱਗੀ ਹੈ, ਇੱਕੋ ਵੇਲੇ ਸਾਰੇ ਬੇੜੀ ਤੋਂ ਥੱਲੇ ਉਤਰੇ, ਪਰ ਮੰਜ਼ਿਲ 'ਤੇ ਸਾਰੇ ਇੱਕ ਵੇਲੇ ਨਹੀਂ ਪਹੁੰਚੇ। ਵੱਖੋ ਵੱਖਰਾ ਟਿਕਾਣਾ, ਵੱਖੋ ਵੱਖਰੀ ਚਾਲ ਹੈ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਤੈਸੇ ਗੁਰ ਚਰਨ ਸਰਨ ਹੈ ਅਨੇਕ ਸਿੱਖ। ਆਪਾਂ ਗੁਰੂ ਦਰਬਾਰ ਵਿੱਚ ਬੈਠੇ ਹਨ, ਇੱਥੇ ਵੀ ਅਨੇਕ ਤਰ੍ਹਾਂ ਦੇ ਸਿੱਖ ਆਏ ਨੇ। ਇੱਕੋ ਜਿਹਾ ਹੀ ਹੁਕਮਨਾਮਾ ਹੋਇਆ, ਸਾਰਿਆਂ ਨੇ ਸੁਣਿਆ। ਇੱਕੋ ਜਿਹਾ ਹੀ ਕੀਰਤਨ ਹੋਇਆ, ਸਾਰਿਆਂ ਨੇ ਸੁਣਿਆ। ਇੱਕੋ ਜਿਹੀ ਕਥਾ ਹੋਈ ਹੈ, ਸਾਰਿਆਂ ਨੇ ਸੁਣੀ ਹੈ। ਇੱਕੋ ਜਿਹਾ ਹੀ ਪ੍ਰਸ਼ਾਦ ਵਰਤਿਆ, ਸਾਰਿਆਂ ਨੂੰ ਬਰਾਬਰ ਪ੍ਰਸ਼ਾਦ ਵੀ ਬਰਾਬਰ ਵਰਤਿਆ, ਕਥਾ ਵੀ ਬਰਾਬਰ ਸੁਣੀ ਹੈ, ਕੀਰਤਨ ਵੀ ਸੁਣਿਆ, ਅਰਦਾਸ ਵਿੱਚ ਵੀ ਹਾਜ਼ਰ ਹੋਏ ਆ, ਪਾਠ ਵੀ ਸੁਣਿਆ। ਪਰ ਮਹਾਰਾਜ ਕਹਿਣ ਲੱਗੇ ਬੈਠੇ ਤੇ ਸਾਰੇ ਬਰਾਬਰ ਹੀ ਨੇ ਸੰਗਤ ਵਿੱਚ, ਸੁਣਦੇ ਵੀ ਸਾਰੇ ਬਰਾਬਰ ਪਏ। ਪਰ ਗੁਰਮੁਖੋ ਸਤਿਗੁਰ ਕਰਨ ਕਾਰਨ ਸਮਰੱਥ ਜੀ। ਇਹ ਤੇ ਗੁਰੂ ਕਰਨ ਦੇ ਸਮਰੱਥ ਹੈ ਵੀ ਕਿਹਨੂੰ ਉਹਨੇ ਵਡਿਆਈ ਦੇਣੀ ਹੈ, ਕਿਹਦੇ ਨਾਲ ਉਹਨੇ ਪ੍ਰੇਮ ਵਧਾਉਣਾ, ਕਿਹਦੇ ਵਿੱਚ ਸ਼ਰਧਾ ਪਾਉਣੀ ਹੈ, ਕਿਹਦੇ ਵਿੱਚ ਨਫ਼ਰਤ ਪੈ ਜਾਣੀ ਹੈ, ਕਿੰਨੇ ਕਰੋਧੀ ਬਣ ਜਾਣਾ, ਕਿੰਨੇ ਨਿੰਦਕ ਬਣ ਜਾਣਾ, ਕਿੰਨੇ ਚੁਗਲ ਬਣ ਜਾਣਾ, ਕਿੰਨੇ ਸੰਗਤ ਨੂੰ ਵੇਖ ਕੇ ਦੁੱਖ ਮੰਨਣਾ, ਕਿੰਨੇ ਸੰਗਤ ਨੂੰ ਵੇਖ ਕੇ ਸੁੱਖ ਮੰਨਣਾ। ਬੈਠੇ ਸਾਰੇ ਹੀ ਨੇ ਸੰਗਤ ਵਿੱਚ ਆ ਕੇ, ਸੁਣਦੇ ਵੀ ਸਾਰੇ ਹੀ ਪਏ। ਪਰ ਇਹ ਕਿਹਦੀ ਝੋਲੀ ਵਿੱਚ ਦਾਤ ਪੈਣੀ ਹੈ, ਕਿਹਦੇ ਖਾਲੀ ਰਹਿਣਾ ਹੈ, ਗੁਰੂ ਜਾਣਦਾ। ਸੋ ਗੁਰਮੁਖੋ ਇਹ ਬਚਨ ਨੇ, ਕਹਿਣ ਲੱਗੇ ਗੁਰੂ ਦੀ ਸੰਗਤ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬੜਾ ਵੱਡਾ ਇਕੱਠ ਹੈ। ਪਰ ਕਈ ਜਿਹੜੇ ਉੱਥੇ ਮੇਰੇ ਵਰਗੇ ਸਨ ਨਾ ਨਲਾਇਕ, ਉਹਨਾਂ ਦੇ ਮੂੰਹ ਪੀਲੇ ਪੈ ਗਿਆ ਵੀ ਕਿੱਥੇ ਫਸ ਗਏ ਆ ਕੇ। ਨਾ ਹੀ ਆਉਂਦੇ ਪਤਾ ਹੁੰਦਾ ਵੀ ਮਹਾਰਾਜ ਨੇ ਬੰਦੇ ਵੱਢਣੇ, ਅਸੀਂ ਘਰੋਂ ਹੀ ਕਿਉਂ ਆਉਂਦੇ, ਬਹਾਨਾ ਲਾ ਦਿੰਦੇ ਵੀ ਮੈਂ ਤੇ ਕਿਤੇ ਵਿਆਹ ਜਾਣਾ।
ਜਾਂ ਆ ਕੇ ਇਸ ਤੰਬੂ ਵਿੱਚ ਨਾ ਬੈਠਦੇ, ਕਿਤੇ ਗਲੀ ਬਾਜ਼ਾਰ ਵਿੱਚ ਹੀ ਹੋ ਜਾਂਦੇ, ਕੋਈ ਮੇਲਾ ਕੋਈ ਬਾਜ਼ਾਰ ਹੀ ਵੇਖ ਲੈਂਦੇ, ਇੱਥੇ ਤੇ ਨਾ ਆਉਂਦੇ। ਜੇ ਆ ਗਏ ਆ ਤੇ ਫਸ ਗਏ ਆ, ਨਾ ਉੱਠ ਕੇ ਹੁਣ ਬਾਹਰ ਜਾ ਸਕਦੇ ਆ, ਨਾ ਅਸੀਂ ਸੀਸ ਦੇ ਸਕਦੇ ਆ, ਨਾ ਹੀ ਮਹਾਰਾਜ ਨੂੰ ਨਾ ਕਰ ਸਕਦੇ। ਜਿਹੜੇ ਮੇਰੇ ਵਰਗੇ ਵਿਚਾਰੇ ਕੱਚੇ ਸਨ, ਕੰਮ ਦਿਲੇ, ਥੋੜ੍ਹੇ ਦਿਲ ਵਾਲੇ, ਥੋੜ੍ਹੇ ਜੀਵਨ ਵਾਲੇ, ਗੁਰਮੁਖੋ ਉਹਨਾਂ ਦੇ ਮੂੰਹ ਦੇ ਉੱਪਰ ਪੀਲਾਪਣ ਫਿਰ ਗਿਆ। ਜਰਦਾਈ ਤੋਂ ਭਾਵ ਹੈ ਵੀ ਜਰਦ ਵਰਗਾ, ਪੀਲੇ ਵਰਗਾ ਰੰਗ, ਚਿਹਰੇ ਮੁਰਝਾ ਗਏ। ਹੁਣੇ ਆਪਾਂ ਬਚਨ ਸਰਵਣ ਕੀਤਾ ਵੀ ਸੰਗਤ ਵਿੱਚ ਸਾਰੇ ਬਰਾਬਰ ਨਹੀਂ। ਕੋਈ ਬਹੁਤੇ ਪ੍ਰੇਮ ਵਾਲਾ, ਕੋਈ ਬਹੁਤੀ ਸ਼ਰਧਾ ਵਾਲਾ, ਕੋਈ ਨਫ਼ਰਤ ਵਾਲਾ, ਕੋਈ ਚੰਗੇ ਗੁਣਾਂ ਵਾਲਾ, ਕੋਈ ਮਾੜੇ ਗੁਣਾਂ ਵਾਲਾ, ਵੱਖੋ ਵੱਖਰਾ ਸੁਭਾਅ ਹੈ। ਪਰ ਕਹਿਣ ਲੱਗੇ ਜਦੋਂ ਮਹਾਰਾਜ ਨੇ ਸੀਸ ਮੰਗਿਆ ਨਾ ਗੁਰਮੁਖੋ, ਜਿਹੜੇ ਵਿਚਾਰੇ ਕਮਜ਼ੋਰ ਸਨ ਉਹਨਾਂ ਦੇ ਮੂੰਹ ਉਸ ਵੇਲੇ ਪੀਲੇ ਪੈ ਗਏ ਹਨ। ਉਠਿਓ ਚਾਹਤ ਨਹਿ ਗਮਨਿਓ ਜਾਈ। ਹੁਣ ਕਈ ਕੀ ਚਾਹੁੰਦੇ ਨੇ, ਮਹਾਰਾਜ ਬੈਠੇ ਉੱਚੀ ਥਾਂ ਤੇ ਤਲਵਾਰ ਲੈ ਕੇ, ਤੇ ਕਈ ਬੈਠੇ ਸੰਗਤ ਵਿੱਚ, ਉਹਨਾਂ ਦਾ ਜੀ ਕਰਦਾ ਵੀ ਹੌਲੀ 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 ਪਿੱਛੇ ਨੂੰ ਉਹ ਚੱਲੀਏ ਤੇ ਤੰਬੂ ਦਾ ਦਰਵਾਜ਼ਾ ਖੋਲੀਏ ਤੇ ਨਿਕਲ ਚੱਲੀਏ, ਭੱਜ ਹੀ ਜਾਈਏ। ਪਰ ਹੁਣ ਉੱਠਿਆ ਵੀ ਨਹੀਂ ਜਾ ਸਕਦਾ। ਜੇ ਮਾੜੀ ਜੀ ਵੀ ਗਰਦਨ ਹਿਲਾਈ ਤੇ ਕਿਤੇ ਮਹਾਰਾਜ ਇਹ ਨਾ ਕਹਿਣ ਵੀ ਆ ਜਿਹੜਾ ਬਾਹਰ ਜਾਂਦਾ ਪਹਿਲਾਂ ਇਹਨੂੰ ਲੈ ਕੇ ਆਓ। ਇੱਥੇ ਤੇ ਮੈਂ ਬੈਠਾ ਹੋਇਆ, ਦੂਜਿਆਂ ਦੇ ਓਹਲੇ ਹੋ ਕੇ ਬਚਿਆ ਹੋਇਆ, ਤੇ ਚਲੋ ਸਾਰੇ ਬੈਠੇ ਨੇ, ਜਦੋਂ ਸਾਰਿਆਂ ਨੂੰ ਮਹਾਰਾਜ ਮਾਰਨਗੇ ਤੇ ਵੇਖ ਲਵਾਂਗੇ। ਜੇ ਮੈਂ ਕਿਤੇ ਉੱਠ ਕੇ ਬਾਹਰ ਨੂੰ ਤੁਰਿਆ ਤੇ ਜਿਹੜਾ ਬੰਦਾ ਬੈਠੀ ਹੋਈ ਸੰਗਤ ਵਿੱਚ ਤੁਰੇਗਾ ਜਾਂ ਹਿੱਲੇਗਾ ਉਹ 'ਤੇ ਨਜ਼ਰ ਪਹਿਲਾਂ ਜਾਏਗੀ। ਹੁਣ ਡਰ ਇਸ ਗੱਲ ਦਾ ਵੀ ਜੇ ਮੈਂ ਉੱਠ ਕੇ ਬਾਹਰ ਨੂੰ ਤੁਰਿਆ ਤੇ ਮਹਾਰਾਜ ਬੈਠੇ ਨੇ, ਸਤਿਗੁਰਾਂ ਦੀ ਨਜ਼ਰ ਪੈ ਜਾਣੀ, ਮਹਾਰਾਜ ਨੇ ਕਹਿਣਾ ਵੀ ਆ ਜਿਹੜਾ ਬਾਹਰ ਨੂੰ ਜਾਂਦਾ ਪਿਆ ਪਹਿਲਾਂ ਇਹਨੂੰ ਫੜ ਕੇ ਲਿਆਓ। ਕਈ ਉੱਠ ਕੇ ਭੱਜਣਾ ਚਾਹੁੰਦੇ ਪਰ ਭੱਜ ਨਹੀਂ ਸਕੇ, ਭੱਜਿਆ ਜਾਣਾ ਨਹੀਂ, ਕਿਉਂਕਿ ਗੇਟ ਦੇ ਉੱਪਰ ਵੀ ਤੇ ਪਹਿਰਾ ਲੱਗਾ ਨਾ ਸਿੱਖ ਮਹਾਰਾਜ ਦੇ, ਉੱਥੇ ਵੀ ਬਰਸ਼ਾ ਲੈ ਕੇ ਖਲੋਤੇ ਹੋਏ। ਤੇ ਡਰ ਮਨ ਵਿੱਚ ਇਹ ਆ ਵੀ ਜੇ ਮੈਂ ਉੱਠ ਕੇ ਤੁਰਿਆ ਤੇ ਮਹਾਰਾਜ ਕਿਤੇ ਸੇਵਾਦਾਰ ਨੂੰ ਇਹ ਨਾ ਕਹਿ ਦੇਣ ਵੀ ਇਹਨੂੰ ਫੜ ਕੇ ਲਿਆਓ। ਉੱਠਣਾ ਚਾਹੁੰਦੇ ਨੇ ਪਰ ਫਿਰ ਵੀ ਉੱਠ ਨਹੀਂ ਸਕੇ ਹਨ। ਸਨੇ ਸਨੇ ਬੋਲਤ ਨਿਜ ਮਾਹੀ। ਪਰ ਗੁਰਮੁਖੋ ਬੰਦੇ ਦਾ ਸੁਭਾਅ ਹੈ, ਬੰਦਾ ਆਪਣੀ ਗੱਲ ਜ਼ਰੂਰ ਕਰਦਾ ਦੂਜੇ ਦੇ ਅੱਗੇ। ਇੱਕ ਪਾਸੇ ਤੇ ਇਹੋ ਜਿਹਾ ਭਿਆਨਕ ਸਮਾਂ ਬਣਿਆ ਵੀ ਮਹਾਰਾਜ ਨੰਗੀ ਤਲਵਾਰ ਲੈ ਕੇ ਖਲੋਤੇ ਤੇ 2 ਸਿੱਖਾਂ ਦੀ ਕੁਰਬਾਨੀ ਹੋ ਗਈ ਹੈ। ਕੁਝ ਸੰਗਤ ਵਿੱਚੋਂ ਭੱਜਣਾ ਚਾਹੁੰਦੇ ਤੇ ਜਿਹੜੇ ਭੱਜ ਨਹੀਂ ਨਾ ਸਕਦੇ ਉਹ ਦੂਜੇ ਨੂੰ ਇਸ਼ਾਰਾ ਕਰਦੇ, ਕਹਿਣ ਲੱਗੇ ਉਰੇ ਆ ਮੇਰੇ ਲਈ ਕੰਨ ਕਰ, ਮੈਂ ਤੈਨੂੰ ਗੱਲ ਦੱਸਾਂ। ਇੱਕ ਦੂਜੇ ਦੇ ਲਾਗੇ ਕੰਨ ਕਰਕੇ, ਨੀਵੀਂ ਧੌਣ ਕਰਕੇ ਇੱਕ ਦੂਜੇ ਨੂੰ ਕਹਿੰਦੇ, ਕਹਿਣ ਲੱਗੇ ਮੈਂ ਤੈਨੂੰ ਦੱਸਾਂ ਕੀ ਗੱਲ ਹੈ, ਮਹਾਰਾਜ ਬੰਦੇ ਕਿਉਂ ਮਾਰਦੇ? ਤੇ ਦੂਜਾ ਜਿਹੜਾ ਸੁਣਨ ਵਾਲਾ ਕਹਿਣ ਲੱਗਾ ਵੀ ਹਾਂ ਦੱਸ ਵੀ ਕੀ ਗੱਲ ਹੈ, ਬੰਦਾ ਕਿਉਂ ਮਾਰਿਆ ਮਹਾਰਾਜ ਨੇ? ਕਹਿਣ ਲੱਗਾ ਵੀ ਬੰਦਾ ਮਾਰਨ ਦਾ ਇੱਕ ਕਾਰਨ ਹੈ, ਉਹ ਮੈਂ ਤੈਨੂੰ ਦੱਸ ਦਿੰਦਾ ਹਾਂ। ਤਰਸ ਕਾਲ ਕਾ ਇਹ ਫਲਤਾ ਹੀ। ਇਹ ਜਿਹੜਾ ਮਹਾਰਾਜ ਨੇ ਉਹ ਟਿੱਲੇ ਤੇ ਚੜ੍ਹ ਕੇ ਨੈਣਾ ਦੇਵੀ ਵਾਲੇ ਤੇ ਜੱਗ ਕੀਤਾ ਨਾ, ਦੇਵੀ ਪ੍ਰਗਟ ਕੀਤੀ, ਉਹ ਦੇਵੀ ਮਹਾਰਾਜ ਨੂੰ ਪੁੱਠੀ ਪੈ ਗਈ ਹੈ। ਮਹਾਰਾਜ ਸ਼ੁਦਾਈ ਹੋ ਗਏ ਨੇ। ਇਹਨਾਂ ਨੇ 1 ਨਹੀਂ 2 ਨਹੀਂ ਪਤਾ ਨਹੀਂ ਕਿੰਨੇ ਕੁ ਬੰਦੇ ਮਾਰਨੇ ਨੇ। ਹੁਣੇ ਆਪਾਂ ਬਚਨ ਸਰਵਣ ਕੀਤਾ ਨਾ ਵੀ ਸ਼ਰਧਾ ਸਾਰਿਆਂ ਦੀ ਨਹੀਂ ਹੁੰਦੀ। ਕਿਸੇ ਦੀ ਸ਼ਰਧਾ ਹੈ ਮੈਂ ਪਾਠ ਸੁਣਾ, ਕੀਰਤਨ ਸੁਣਾ, ਕਥਾ ਸੁਣਾ, ਤੇ ਕਿਸੇ ਦਾ ਕੰਮ ਹੁੰਦਾ ਵੀ ਵੇਖਣ ਹੀ ਆਉਣਾ ਵੀ ਇੱਥੇ ਕੀ ਹੁੰਦਾ ਪਿਆ, ਲੀੜਾ ਕੱਪੜਾ ਕਿਵੇਂ ਦਾ ਪਾਇਆ। ਕਿਸੇ ਦਾ ਧਿਆਨ ਖਾਣ ਪੀਣ ਵੱਲ ਹੈ ਵੀ ਜਦੋਂ ਖਾਣ ਪੀਣ ਦਾ ਕੰਮ ਚੱਲੇ ਤੇ ਮੈਂ ਉੱਧਰ ਨੂੰ ਚੱਲਾਂ। ਸਾਰਿਆਂ ਦਾ ਧਿਆਨ ਬਰਾਬਰ ਨਹੀਂ ਹੈ, ਸੋਚ ਆਪੋ ਆਪਣੀ ਹੈ। ਵਿਦਵਾਨਾਂ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਕੀਰਤਨ ਹੁੰਦਾ ਪਿਆ ਨਾ, ਗੁਰਮੁਖੋ ਕੀਰਤਨ ਹੁੰਦਾ, ਸੰਗਤ ਬੈਠੀ ਹੈ, ਸਾਰੇ ਜਣੇ ਕੀਰਤਨ ਨਹੀਂ ਸੁਣਦੇ ਪਏ, ਕਈ ਬੈਠੇ ਇਹ ਵੇਖਦੇ ਪਏ ਨੇ ਤਬਲਾ ਕਿਵੇਂ ਵੱਜਦਾ ਪਿਆ, ਉਹ ਸਿਰਫ ਤਬਲਾ ਸੁਣਨ ਆਏ, ਤਬਲੇ 'ਤੇ ਹੱਥ ਕਿਵੇਂ ਮਾਰਦਾ ਪਿਆ ਵਜਾਉਣ ਵਾਲਾ। ਕੋਈ ਸੰਗਤ ਵਿੱਚ ਬੈਠਾ ਇਹ ਸੁਣਦਾ ਪਿਆ ਵੀ ਇਹ ਜਿਹੜਾ ਹਾਰਮੋਨੀਅਮ ਵਜਾਇਆ ਜਾ ਰਿਹਾ ਇਹ ਕਿਵੇਂ ਵੱਜਦਾ ਪਿਆ, ਇਹਦੀ ਆਵਾਜ਼ ਕਿਵੇਂ ਦੀ ਹੈ, ਮਿੱਠੀ ਹੈ ਕਿ ਫਿੱਕੀ ਹੈ, ਕਿਵੇਂ ਦਾ ਹੈ, ਕਿਹੜੀ ਧਾਰਨਾ, ਕਿਹੜੀ ਧੁਨ ਹੈ। ਕੋਈ ਸੰਗਤ ਵਿੱਚ ਬੈਠਾ ਇਹ ਵੇਖਦਾ ਵੀ ਰਾਗੀ ਦੀ ਆਵਾਜ਼ ਕਿੰਨੀ ਕੁ ਸੁਰੀਲੀ ਹੈ, ਕਿੰਨਾ ਕੁ ਮਿੱਠਾ ਗਾਉਂਦਾ ਪਿਆ। ਤੇ ਕੋਈ ਥੋੜ੍ਹਾ ਬਹੁਤਾ ਰਾਗ ਨੂੰ ਜਾਣਨ ਵਾਲਾ ਇਹ ਵੇਖਦਾ ਪਿਆ ਵੀ ਰਾਗੀ ਬਿਸੁਰਾ ਹੁੰਦਾ ਪਿਆ ਕਿ ਸੁਰ ਵਿੱਚ ਗਾਉਂਦਾ ਪਿਆ। ਤੇ ਕੋਈ ਇਹ ਵੇਖਦਾ ਪਿਆ ਵੀ ਇਹਨੇ ਲੀੜਾ ਕੱਪੜਾ ਕਿਹੋ ਜਿਹਾ ਪਾਇਆ, ਇਹਦੀ ਚਾਲ ਢਾਲ ਕਿਹੋ ਜਿਹੀ ਹੈ। ਸੰਗਤ ਵਿੱਚ ਬੈਠੇ ਸਾਰੇ ਹੀ ਨੇ ਪਰ ਸਾਰਿਆਂ ਦਾ ਧਿਆਨ ਸ਼ਬਦ ਵੱਲ ਨਹੀਂ। ਕਈਆਂ ਨੂੰ ਟਿਊਨ ਚੰਗੀ ਲੱਗਦੀ ਹੈ, ਉੱਚੀ ਹੇਕ ਦੇ ਵਿੱਚ ਜਦੋਂ ਗਾਉਂਦੇ, ਕਈਆਂ ਨੂੰ ਉਹ ਚੀਜ਼ ਬੜੀ ਚੰਗੀ ਲੱਗਦੀ ਹੈ। ਉਹ ਕੀ ਗਾਉਂਦੇ ਪਏ ਨੇ ਇਹ ਨਹੀਂ ਪਤਾ। ਤੇ ਕਈਆਂ ਨੂੰ ਸ਼ਬਦ ਦੇ ਅਰਥ ਚੰਗੇ ਲੱਗਦੇ, ਜਦੋਂ ਉਹ ਗਾਉਂਦੇ ਨੇ ਨਾ ਉਹ ਬੈਠੇ ਹੋਏ ਸੰਗਤ ਵਿੱਚ ਸ਼ਬਦ ਦੇ ਅਰਥ ਆਪੇ ਹੀ ਕਰੀ ਜਾਂਦੇ, ਮਹਾਰਾਜ ਹੁਣ ਇਹ ਕਹਿ ਰਹੇ, ਮਹਾਰਾਜ ਇਹ ਕਹਿ ਰਹੇ।
ਗੁਰਮੁਖੋ ਇਹ ਉਦਾਹਰਨਾਂ ਨੇ ਸੰਗਤ ਵਿੱਚ ਬੈਠਣ ਵਾਲਿਆਂ ਦੀਆਂ। ਕੋਈ ਤਬਲਾ ਸੁਣਦਾ ਪਿਆ, ਕੋਈ ਵਾਜਾ ਸੁਣਦਾ ਪਿਆ, ਕੋਈ ਰਾਗੀ ਸਿੰਘਾਂ ਦੀ ਆਵਾਜ਼ ਸੁਣਦਾ ਪਿਆ, ਕੋਈ ਉਹਨਾਂ ਵੱਲ ਵੇਖਦਾ ਪਿਆ, ਕੋਈ ਸ਼ਬਦ ਦੇ ਅਰਥ ਕਰਦਾ ਪਿਆ, ਕੋਈ ਰਾਗ ਦੀ ਪਰਖ ਕਰਦਾ ਪਿਆ। ਇਹ ਆਪੋ ਆਪਣਾ ਨਜ਼ਰੀਆ ਹੈ ਆਪੋ ਆਪਣਾ। ਸੋ ਮਹਾਰਾਜ ਦੀ ਸੰਗਤ ਵਿੱਚ ਵੀ ਸਿੱਖ ਬੈਠੇ, ਹੁਣ ਉਹਨਾਂ ਦਾ ਵੀ ਆਪਣਾ ਆਪਣਾ ਨਜ਼ਰੀਆ। ਕੋਈ ਤੇ ਸੋਚਦੇ ਵੀ ਉੱਠ ਕੇ ਭਾਜੀ ਚੱਲੀਏ, ਤੇ ਕਈ ਇੱਕ ਦੂਜੇ ਨੂੰ ਆਵਾਜ਼ ਮਾਰ ਕੇ ਫਲਾਣਿਆ ਉਰੇ ਆ ਮੇਰੇ ਨੇੜੇ। ਮੈਂ ਦੱਸਦਾ ਵੀ ਕਾਰਨ ਕੀ ਹੈ, ਤੇ ਦੂਜਾ ਪੁੱਛਦਾ ਵੀ ਕੀ ਕਾਰਨ ਹੈ। ਕਹਿਣ ਲੱਗੇ ਕਾਰਨ ਇਹ ਹੈ, ਮਹਾਰਾਜ ਨੇ ਉਹ ਜਿਹੜੀ ਚੰਡੀ ਪ੍ਰਗਟ ਕੀਤੀ ਹੈ ਨਾ, ਉਹ ਚੰਡੀ ਪੁੱਠੀ ਪੈ ਗਈ, ਮਹਾਰਾਜ ਨੂੰ ਦੇਵੀ ਉਲਟੀ ਪੈ ਗਈ ਹੈ। ਮਹਾਰਾਜ ਦਾ ਦਿਮਾਗ ਟਿਕਾਣੇ ਨਹੀਂ ਰਹਿ ਗਿਆ। ਕਿ ਤਾਂ ਇਹੋ ਜਿਹਾ ਕੰਮ ਕਰਦੇ ਹਨ। ਗੁਰ ਦੇਵਤਾ ਸਹਿਓ ਨਾ ਜਾਈ। ਉਹ ਜਿਹੜਾ ਦੇਵਤਾ ਪ੍ਰਗਟ ਹੋਇਆ ਸੀ ਨਾ, ਜਿਵੇਂ ਆਪਣੇ ਵਿੱਚ ਵੀ ਇਹ ਗੱਲ ਬੜੀ ਪ੍ਰਚਲਿਤ ਹੈ ਵੀ ਉੱਥੇ ਚੰਡੀ ਪ੍ਰਗਟ ਹੋਈ, ਦੇਵੀ ਪ੍ਰਗਟ ਹੋਈ, ਤੇ ਇਹ ਕੁਝ ਹੋ ਗਿਆ। ਅਸਲ ਦੇ ਵਿੱਚ ਉਹ ਬਚੀ ਹੋਈ ਸਮੱਗਰੀ ਮਹਾਰਾਜ ਨੇ ਹਵਨ ਵਿੱਚ ਪਾਈ, ਤੇ ਲੰਮੀਆਂ ਲੰਮੀਆਂ ਲਾਟਾਂ ਨਿਕਲੀਆਂ, ਤੇ ਪ੍ਰਚਾਰ ਕਰਨ ਵਾਲਿਆਂ ਨੇ ਰੌਲਾ ਪਾ ਦਿੱਤਾ ਵੀ ਦੇਵੀ ਪ੍ਰਗਟ ਹੋ ਗਈ ਹੈ। ਉਸੇ ਗੱਲ ਦਾ ਹੀ ਇੱਥੇ ਜਿਹੜੇ ਵਹਿਮੀ ਲੋਕ ਨੇ ਉਹ ਜ਼ਿਕਰ ਕਰਦੇ ਪਏ। ਕਹਿਣ ਲੱਗੇ ਉਹ ਜਿਹੜਾ ਦੇਵਤਾ ਪ੍ਰਗਟ ਹੋਇਆ ਸੀ ਨਾ, ਤੂੰ ਵੇਖਿਆ ਨਹੀਂ ਉਸ ਪਹਾੜੀ ਦੇ ਉੱਪਰ ਬੜੀਆਂ ਲੰਮੀਆਂ ਲੰਮੀਆਂ ਲਾਟਾਂ ਨਿਕਲੀਆਂ? ਉਹ ਕਹਿੰਦਾ ਵੇਖਿਆ ਤੇ ਹੈ। ਬਸ ਕਹਿੰਦੇ ਉੱਥੇ ਦੇਵਤੇ ਪ੍ਰਗਟ ਹੋਏ, ਉਹ ਦੇਵਤੇ ਮਹਾਰਾਜ ਕੋਲੋਂ ਸਹਿ ਨਹੀਂ ਗਏ, ਝੱਲੇ ਨਹੀਂ ਗਏ। ਉਹਨਾਂ ਦੇਵਤਿਆਂ ਦੇ ਦਰਸ਼ਨ ਕਰਕੇ ਮਹਾਰਾਜ ਇਹੋ ਜਿਹੇ ਹੋ ਗਏ ਹਨ। ਉਲਟ ਪਰੀ ਮਤ ਅਪਰ ਬਣਾਈ। ਇਹਨਾਂ ਦੇ ਉਲਟ ਦੇਵੀ ਪੈ ਗਈ ਹੈ, ਤੇ ਇਹਨਾਂ ਦੀ ਮੱਤ ਹੋਰ ਹੋ ਗਈ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਹ ਝੱਲੇ ਹੋ ਗਏ ਨੇ, ਮਸਤਾਨੇ ਹੋ ਗਏ ਨੇ, ਜਾਂ ਕਹਿ ਲਈਏ ਵੀ ਸ਼ੁਦਾਈ ਹੋ ਗਏ ਨੇ। ਕਈ ਇਹੋ ਜਿਹੇ ਬੈਠੇ ਵੀ ਕਹਿੰਦੇ ਪਏ ਮਹਾਰਾਜ ਜੀ ਤੇ ਮੱਤ ਹੀ ਹੋਰ ਹੋ ਗਈ ਹੈ, ਝੱਲਿਆਂ ਵਾਲੀ। ਇਹ ਤੇ ਜਾਣ ਬੁੱਝ ਕੇ ਬੰਦਾ ਮਾਰਦੇ ਹਨ। ਇਸ ਦਿਨ ਤੇ ਭਏ ਕਰੂਰ ਕਨੇਰੇ। ਜਿਸ ਦਿਨ ਤੋਂ ਮਹਾਰਾਜ ਨੇ ਉਹ ਦੇਵੀ ਪ੍ਰਗਟ ਕੀਤੀ ਹੈ, ਉਸ ਦਿਨ ਤੋਂ ਮਹਾਰਾਜ ਦਾ ਸੁਭਾਅ ਬੜਾ ਹੀ ਕੌੜਾ ਹੋ ਗਿਆ, ਬੜਾ ਗੁੱਸੇ ਵਾਲਾ ਹੋ ਗਿਆ। ਪਹਿਲਾਂ ਤੇ ਇਹੋ ਜਿਹਾ ਗੁੱਸਾ ਨਹੀਂ ਸਨ ਕਰਦੇ, ਪਹਿਲਾਂ ਸੰਗਤਾਂ ਨਾਲ ਬੜਾ ਪ੍ਰੇਮ ਕਰਦੇ ਸਨ, ਮਿੱਠੇ ਬਚਨ ਕਰਦੇ। ਪਰ ਜਦੋਂ ਤੋਂ ਮਹਾਰਾਜ ਨੇ ਉਹ ਦੇਵੀ ਪ੍ਰਗਟ ਕੀਤੀ ਹੈ ਨਾ ਗੁਰਮੁਖੋ, ਉਦੋਂ ਤੋਂ ਮਹਾਰਾਜ ਦਾ ਸੁਭਾਅ ਗੁੱਸੇ ਵਾਲਾ, ਡਾਢਾ ਚੰਦਰਾਈ ਸੁਭਾਅ ਹੋ ਗਿਆ। ਗੁੱਸੇ ਵਿੱਚ ਆ ਕੇ ਕਈ ਫੈਸਲੇ ਲੈਂਦੇ ਤੇ ਬਖਸ਼ਦੇ ਹਨ। ਵੱਡ ਮਸੰਦ ਮਾਰਿਓ ਬਿਨ ਬੇਰੇ। ਇੱਕ ਹੋਰ ਬੋਲਿਆ, ਕਹਿਣ ਲੱਗਾ 2 ਤੇ ਅੱਜ ਮਾਰੇ ਨੇ ਮਹਾਰਾਜ ਨੇ ਤਲਵਾਰ ਦੇ ਨਾਲ। ਇਹਦੇ ਤੋਂ ਪਹਿਲਾਂ ਇੱਕ ਵੱਡਾ ਮਸੰਦ ਸੀ ਮਹਾਰਾਜ ਦਾ, ਚੇਤੋ ਉਹਦਾ ਨਾਮ ਸੀ। ਆਪਾਂ ਇਤਿਹਾਸ ਹੁਣੇ ਸਰਵਣ ਕੀਤਾ ਕੁਝ ਦਿਨ ਪਹਿਲਾਂ। ਇੱਕ ਬੋਲਿਆ, ਕਹਿਣ ਲੱਗਾ ਹਾਂ ਮੈਨੂੰ ਵੀ ਪਤਾ ਲੱਗਾ ਵੀ ਇੱਕ ਚੇਤੋ ਨਾਮ ਦੇ ਮਸੰਦ ਨੂੰ ਮਹਾਰਾਜ ਨੇ ਕੜਾਹੇ ਵਿੱਚ ਪਾ ਕੇ ਤਲਿਆ ਹੈ, ਇਸ ਤਰ੍ਹਾਂ ਉਹਨੂੰ ਮਾਰਿਆ। ਕਹਿਣ ਲੱਗਾ ਬਿਲਕੁਲ ਸਹੀ ਸੁਣਿਆ। ਕੁਝ ਦਿਨ ਪਹਿਲਾਂ ਇੱਕ ਮਸੰਦ ਮਾਰ ਦਿੱਤਾ, 2 ਸਿੱਖ ਮਹਾਰਾਜ ਨੇ ਅੱਜ ਮਾਰ ਦਿੱਤੇ। ਇੱਥੋਂ ਪਤਾ ਲੱਗਦਾ ਵੀ ਮਹਾਰਾਜ ਦੇ ਦਿਮਾਗ ਦੇ ਵਿੱਚ ਕੁਝ ਹੋਰ ਚੱਲਦਾ ਪਿਆ। ਇਹ ਦੀਵਾਨੇ ਮਸਤਾਨੇ ਹੋ ਗਏ ਨੇ, ਜਾਣ ਬੁੱਝ ਕੇ ਬੰਦੇ ਮਾਰਦੇ ਪਏ। ਸੰਗਤ ਵਿੱਚ ਬੈਠੇ ਹੋਏ ਲੋਕ ਐਸੀਆਂ ਗੱਲਾਂ ਕਰਦੇ। ਗੁਰਮੁਖੋ ਇਹ ਹੁਣ ਭੱਜ ਕੇ ਜਾ ਕੇ ਮਾਤਾ ਗੁਜਰੀ ਜੀਆਂ ਨੂੰ ਦੱਸਣਗੇ ਵੀ ਮਾਤਾ ਜੀ ਤੁਹਾਡਾ ਪੁੱਤਰ ਤੇ ਸ਼ੁਦਾਈ ਹੋ ਗਿਆ, ਪ੍ਰਬੰਧ ਕਰੋ ਛੇਤੀ ਦੇ ਨਾਲ ਇਹਦਾ। ਕਿਵੇਂ ਜਾ ਕੇ ਦੱਸਦੇ ਨੇ, ਮਾਤਾ ਗੁਜਰੀ ਜੀ ਕੀ ਜਵਾਬ ਦੇਣਗੇ, ਮਹਾਰਾਜ ਅੱਗੇ ਕੀ ਕੌਤਕ ਵਰਤਾਉਣਗੇ, ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ, ਸਾਡਾ ਭਲਾ ਹੋਵੇ। ਲੇਖਾ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।